ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ SST ਮਾਸਟਰ ਕੇਡਰ ਦਾ ਫਸਟ ਸੈਸ਼ਨ ਲੈ ਕੇ ਹਾਜ਼ਰ ਹੋਏ ਹਾਂ। ਇਸ ਸੈਸ਼ਨ ਦੇ ਵਿੱਚ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਯਾਨੀ ਕਿ ਸਿੰਧੂ ਘਾਟੀ ਸੱਭਿਅਤਾ ਬਾਰੇ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਕਈ ਸੈਸ਼ਨ ਜੋ ਕਿ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਰਿਲੇਟਡ ਨੇ, ਉਹ ਆਲਰੇਡੀ ਅਪਲੋਡਡ ਨੇ, ਜਿਨ੍ਹਾਂ ਦੇ ਵਿੱਚ ਆਪਾਂ ਇੱਕ ਇੱਕ ਸਬਜੈਕਟ ਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਉਹ ਤੁਸੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ। ਜਾ ਕੇ ਅਟੈਂਡ ਕਰੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਇਹ ਜੋ ਆਪਣਾ ਮਾਸਟਰ ਕੇਡਰ SST ਦਾ ਬੈਚ ਹੈ, ਇਹਦੇ ਵਿੱਚ ਆਪਾਂ ਪਹਿਲਾਂ ਹਿਸਟਰੀ ਕਵਰ ਕਰਾਂਗੇ ਸਟੈਪ ਬਾਏ ਸਟੈਪ ਤੁਹਾਡੇ ਸਿਲੇਬਸ ਦੇ ਅਕੋਰਡਿੰਗ। ਉਸ ਤੋਂ ਬਾਅਦ ਆਪਾਂ ਪੋਲਿਟੀ, ਫਿਰ ਜੋਗਰਾਫੀ। ਤਾਂ ਤੁਹਾਨੂੰ SST ਦਾ ਆਪਾਂ ਇੱਕ ਇੱਕ ਫੈਕਟ ਆਪਾਂ ਕਲੀਅਰ ਕਰਵਾਵਾਂਗੇ ਜਿੰਨਾ ਡੀਪਲੀ ਹੋ ਸਕੇ। ਤਾਂ ਜੇਕਰ ਤੁਸੀਂ ਆਪਣੀ SST ਦੀ ਤਿਆਰੀ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਅਤੇ SST ਦੇ ਵਿੱਚ ਵਧੀਆ ਸਕੋਰ ਕਰਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਨਾਲ ਜੁੜਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਇਹ ਜੋ ਆਪਣੇ ਸੈਸ਼ਨ ਨੇ, ਤੁਹਾਨੂੰ ਸੋਮਵਾਰ ਅਤੇ ਬੁੱਧਵਾਰ ਨੂੰ ਦੁਪਹਿਰੇ 2 ਵਜੇ ਆਪਣੀ ਵੀਡੀਓ ਅਵੇਲੇਬਲ ਹੋਇਆ ਕਰੂ ਮਾਸਟਰ ਕੇਡਰ SST ਦੀ। ਤਾਂ ਇਹ 2 ਦਿਨ ਆਪਣੀ ਵੀਡੀਓ ਸੋਮਵਾਰ ਅਤੇ ਬੁੱਧਵਾਰ ਯਾਦ ਰੱਖਿਓ। ਤਾਂ ਬੈਕ ਟੂ ਬੈਕ ਆਪਣਾ ਇੱਕ ਇੱਕ ਸੈਸ਼ਨ ਤੁਸੀਂ ਅਟੈਂਡ ਕਰਿਓ ਅਤੇ ਨੋਟਸ ਆਪਣੇ ਨਾਲ ਨਾਲ ਬਣਾਉਂਦੇ ਰਹੋ, ਠੀਕ ਹੈ ਜੀ। ਤਾਂ ਇੱਕ ਇੱਕ ਫੈਕਟ ਆਪਾਂ ਤੁਹਾਡਾ ਇਹਦੇ ਨਾਲ ਰਿਲੇਟਡ ਜਿੰਨਾ ਵੀ ਹੈ ਉਹ ਕਲੀਅਰ ਕਰਵਾਵਾਂਗੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਾਂ ਜੋ ਆਪਾਂ ਕਰਾਂਗੇ ਉਹ ਥਿਊਰੀ ਸੈਸ਼ਨ ਕਰਾਂਗੇ। ਤੁਹਾਡਾ ਕੁਐਸਚਨ ਆਪਾਂ ਐਂਡ ਦੇ ਉੱਤੇ ਅਟੈਂਪਟ ਕਰਾਂਗੇ। ਤਾਂ ਜਿੰਨੀ ਵੀ ਤੁਹਾਡੀ ਥਿਊਰੀ ਹੈ, ਥਿਊਰੀ ਦੇ ਵਿੱਚ ਜਿੰਨੇ ਵੀ ਤੁਹਾਡੇ ਕਨਸੈਪਟ ਨੇ, ਆਪਾਂ ਉਹ ਇੱਕ ਇੱਕ ਕਨਸੈਪਟ ਤੁਹਾਡਾ ਕਲੀਅਰ ਕਰਵਾਵਾਂਗੇ। ਤਾਂ ਸਟੈਪ ਬਾਏ ਸਟੈਪ ਆਪਾਂ ਅੱਗੇ ਵਧਾਂਗੇ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਸਭ ਤੋਂ ਪਹਿਲੀ ਜਿਹੜੀ ਸਲਾਈਡ ਹੈ, ਇਹਦੇ ਵਿੱਚ ਆਪਾਂ ਮੈਪ ਦੇ ਅਕੋਰਡਿੰਗ ਚੱਲਾਂਗੇ। ਮੈਪ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਕੀ ਮਤਲਬ ਹੈ। ਵੈਸੇ ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਸਾਰਿਆਂ ਨੇ ਪੜ੍ਹਿਆ ਵੀ ਹੋਇਆ ਇਹਦੇ ਬਾਰੇ, ਠੀਕ ਹੈ ਜੀ। ਬਟ ਮੈਪ ਦੇ ਅਕੋਰਡਿੰਗ ਤੁਹਾਨੂੰ ਇੱਕ ਇਹ ਤੁਹਾਡੇ ਮਾਈਂਡ ਦੇ ਵਿੱਚ ਇੱਕ ਇਮੇਜ ਹੋਣੀ ਚਾਹੀਦੀ ਹੈ ਕਿ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਇਹ ਜਿਹੜੀ ਸਿਵਲਾਈਜੇਸ਼ਨ ਹੈ ਉਹ ਫੈਲੀ ਹੋਈ ਸੀ, ਠੀਕ ਹੈ ਜੀ। ਇੱਧਰ ਆਪਣਾ ਨਾਰਥ ਹੈ ਜੰਮੂ ਕਸ਼ਮੀਰ ਵੱਲ, ਇੱਧਰ ਆਪਣਾ ਸਾਊਥ ਹੈ, ਠੀਕ ਹੈ ਜੀ। ਇਹ ਆਪਣਾ ਵੈਸਟ ਹੈ, ਇਹ ਆਪਣਾ ਈਸਟ ਹੈ, ਠੀਕ ਹੈ ਜੀ। ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਤਾਂ ਇਹ ਜਿਹੜੀ ਆਪਣੀ ਨਦੀ ਹੈ ਇੰਡਸ, ਜਿਹਨੂੰ ਆਪਾਂ ਇੰਡਸ ਨਦੀ ਕਹਿੰਦੇ ਹਾਂ, ਇੱਧਰੋਂ ਇਹ ਤਿੱਬਤ ਵੱਲੋਂ ਆਉਂਦੀ ਹੈ, ਠੀਕ ਹੈ ਜੀ। ਤਾਂ ਇਹ ਜਾ ਕੇ ਇੱਧਰ ਪਾਕਿਸਤਾਨ ਦੇ ਵਿੱਚ ਐਂਟਰ ਹੋ ਜਾਂਦੀ ਹੈ। ਤਾਂ ਜਿਹੜੀ ਇਹਦੇ ਇਰਦ ਗਿਰਦ ਜਿੰਨੀ ਵੀ ਸੱਭਿਅਤਾ ਵਸੀ ਹੋਈ ਸੀ, ਜਿੰਨੇ ਵੀ ਲੋਕ ਆ ਕੇ ਵਸੇ ਹੋਏ ਸੀ, ਉਹਨੂੰ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਕਹਿੰਦੇ ਹਾਂ, ਠੀਕ ਹੈ ਜੀ। ਇਹਨੂੰ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਕਹਿੰਦੇ ਹਾਂ। ਇਹ ਸਾਰੀ ਸੱਭਿਅਤਾ ਇੱਥੋਂ ਤੱਕ ਵਸੀ ਹੋਈ ਸੀ, ਠੀਕ ਹੈ ਜੀ। ਇਹ ਕੋਈ ਛੋਟੀ ਮੋਟੀ ਸੱਭਿਅਤਾ ਨਹੀਂ ਸੀ, ਇਹ ਬਹੁਤ ਵੱਡੀ ਸੱਭਿਅਤਾ ਸੀ। ਸੱਭਿਅਤਾ ਆਪਾਂ ਉਹਨੂੰ ਹੀ ਕਹਿ ਸਕਦੇ ਹਾਂ ਜਿੱਥੇ ਵੱਡੇ ਪੱਧਰ 'ਤੇ ਲੋਕ ਇੱਕ ਪਰਟੀਕੂਲਰ ਜਗ੍ਹਾ 'ਤੇ ਜਾ ਕੇ ਉਹ ਵੱਸ ਜਾਂਦੇ ਨੇ। ਤਾਂ ਇੱਧਰ ਆਪਣਾ ਅਫਗਾਨਿਸਤਾਨ ਹੈ, ਠੀਕ ਹੈ ਜੀ। ਇੱਥੇ ਆਪਣਾ ਇੱਕ ਦੇਸ਼ ਸੀ ਈਰਾਨ, ਠੀਕ ਹੈ ਜੀ। ਇੱਥੋਂ ਈਰਾਨ ਤੋਂ ਲੋਕ ਆਉਂਦੇ ਸੀ, ਜਿਹਨੂੰ ਆਪਾਂ ਮੈਸੋਪੋਟਾਮੀਆ ਉਸ ਟਾਈਮ 'ਤੇ ਕਿਹਾ ਜਾਂਦਾ ਸੀ। ਇੱਧਰੋਂ ਲੋਕ ਆਉਂਦੇ ਸੀ ਅਫਗਾਨਿਸਤਾਨ 'ਚੋਂ, ਠੀਕ ਹੈ ਜੀ। ਤਾਂ ਇਹ ਜਿਹੜੀ ਨਦੀ ਸੀ, ਇਹ ਇਹਨਾਂ ਦਾ ਇੱਕ ਸੈਂਟਰ ਸੀ, ਇੱਕ ਕੇਂਦਰ ਬਿੰਦੂ ਸੀ। ਜਦੋਂ ਇਹ ਨਦੀ ਨੂੰ ਇਹ ਕ੍ਰੋਸ ਕਰ ਲੈਂਦੇ ਸੀ ਤਾਂ ਇਹਨਾਂ ਨੂੰ ਇਹ ਪਤਾ ਚੱਲ ਜਾਂਦਾ ਸੀ ਕਿ ਆਪਾਂ ਇੰਡੀਆ ਦੇ ਵਿੱਚ ਮਤਲਬ ਐਂਟਰ ਹੋ ਗਏ। ਜਿਵੇਂ ਆਪਾਂ ਕਿਸੇ ਜੋ ਹੈ ਆਪਾਂ ਕਿਸੇ ਫੇਮਸ ਸ਼ਹਿਰ ਦੇ ਵਿੱਚ ਆਪਾਂ ਜਾਂਦੇ ਹਾਂ, ਜੇਕਰ ਉੱਥੇ ਕੋਈ ਫੇਮਸ ਜਗ੍ਹਾ ਹੈ, ਜਿਵੇਂ ਕਿ ਕੋਈ ਚੌਂਕ ਹੈ ਜਾਂ ਕੋਈ ਫੇਮਸ ਹੋਰ ਜਗ੍ਹਾ ਹੈ, ਜਦੋਂ ਆਪਾਂ ਕਿਸੇ ਬੰਦੇ ਨੂੰ ਉੱਥੇ ਕੋਈ ਮਿਲਣਾ ਹੋਵੇ ਤਾਂ ਆਪਾਂ ਉਹਨੂੰ ਕਹਿੰਦੇ ਹਾਂ ਕਿ ਤੂੰ ਇਸ ਚੌਂਕ ਦੇ ਉੱਤੇ ਆ ਜੀ ਜਾਂ ਇਸ ਜਗ੍ਹਾ ਦੇ ਉੱਤੇ ਆ ਜੀ, ਠੀਕ ਹੈ ਜੀ। ਤਾਂ ਇਹ ਉਸ ਟਾਈਮ 'ਤੇ ਇਹ ਲੋਕ ਇਹੋ ਕੰਮ ਕਰਦੇ ਸੀ। ਜਿਵੇਂ ਕਿ ਇੱਧਰੋਂ ਮੈਸੋਪੋਟਾਮੀਆ ਤੋਂ ਲੋਕ ਜਾਂਦੇ ਸੀ ਜਾਂ ਅਫਗਾਨਿਸਤਾਨ ਤੋਂ ਲੋਕ ਆਉਂਦੇ ਸੀ, ਤਾਂ ਉਹਨਾਂ ਲਈ ਇਹ ਇੱਕ ਹਿੰਟ ਹੁੰਦਾ ਸੀ, ਮਤਲਬ ਇੱਕ ਨਿਸ਼ਾਨੀ ਹੁੰਦੀ ਸੀ ਕਿ ਜਦੋਂ ਇੰਡਸ ਨਦੀ ਆ ਗਈ ਤਾਂ ਆਪਾਂ ਇੰਡੀਆ ਦੇ ਵਿੱਚ ਐਂਟਰ ਹੋ ਗਏ। ਤਾਂ ਇਹ ਹੌਲੀ ਹੌਲੀ ਇਹ ਲੋਕ ਇੱਥੇ ਆ ਕੇ ਵਸਦੇ ਗਏ ਅਤੇ ਇੱਕ ਸੱਭਿਅਤਾ ਦਾ ਰੂਪ ਆਪਣੇ ਸਾਹਮਣੇ ਆਇਆ। ਇਹਦੇ ਵਿੱਚੋਂ ਜਿਹੜੇ ਤੁਸੀਂ ਪੁਆਇੰਟ ਯਾਦ ਰੱਖਣੇ ਆ ਕਿ ਇਹ ਤੁਹਾਨੂੰ ਪੁੱਛਣਗੇ ਕਿ ਸਾਊਥ ਦੇ ਵਿੱਚ ਇਹ ਜਿਹੜੀ ਸੱਭਿਅਤਾ ਉਹ ਕਿੱਥੋਂ ਤੱਕ ਫੈਲੀ ਹੋਈ ਸੀ। ਤਾਂ ਸਾਊਥ ਦੇ ਵਿੱਚ ਇਹ ਫੈਲੀ ਸੀ ਦੈਮਾਬਾਦ, ਮਹਾਰਾਸ਼ਟਰ। ਅਤੇ ਕਈ ਵਾਰੀ ਇੱਥੇ ਇਹ ਨਦੀ ਪੁੱਛ ਲੈਂਦੇ ਨੇ ਕਿ ਕਿਹੜੀ ਨਦੀ ਵਹਿੰਦੀ ਸੀ, ਤਾਂ ਗੋਦਾਵਰੀ ਰਿਵਰ ਇੱਥੇ ਜਿਹੜੀ ਵਹਿੰਦੀ ਹੈ, ਵਹਿੰਦੀ ਸੀ ਨਹੀਂ ਵਹਿੰਦੀ ਹੈ ਇਸ ਟਾਈਮ 'ਤੇ ਵੀ। ਤਾਂ ਦੈਮਾਬਾਦ ਮਹਾਰਾਸ਼ਟਰ ਦੇ ਵਿੱਚ ਗੋਦਾਵਰੀ ਰਿਵਰ ਵਹਿੰਦੀ ਹੈ। ਤਾਂ ਇੱਥੋਂ ਤੱਕ ਇਹ
ਸੱਭਿਅਤਾ ਸਾਊਥ ਦੇ ਵਿੱਚ ਫੈਲੀ ਹੋਈ ਸੀ, ਠੀਕ ਹੈ ਜੀ। ਸਾਊਥ, ਇਹ ਤੁਸੀਂ ਯਾਦ ਰੱਖਣਾ। ਨਾਰਥ ਦੇ ਵਿੱਚ ਇਹ ਫੈਲੀ ਸੀ ਜੰਮੂ ਕਸ਼ਮੀਰ ਤੱਕ, ਠੀਕ ਹੈ ਜੀ। ਤਾਂ ਨਾਰਥ ਦੇ ਵਿੱਚ ਇਹ ਫੈਲੀ ਸੀ ਜੰਮੂ ਕਸ਼ਮੀਰ ਤੱਕ। ਮਾਂਡਾ, ਜੰਮੂ ਕਸ਼ਮੀਰ ਦਾ ਇੱਕ ਟਾਊਨ ਹੈ ਮਾਂਡਾ, ਉੱਥੇ ਜਿਹੜੀ ਰਿਵਰ ਵਹਿੰਦੀ ਹੈ ਚਨਾਬ ਰਿਵਰ, ਠੀਕ ਹੈ ਜੀ। ਤਾਂ ਇੱਥੋਂ ਤੱਕ ਇਹ ਨਾਰਥ ਦੇ ਵਿੱਚ ਫੈਲੀ ਸੀ। ਵੈਸਟ ਦੇ ਵਿੱਚ ਇਹ ਫੈਲੀ ਸੀ ਬਲੋਚਿਸਤਾਨ ਤੱਕ, ਠੀਕ ਹੈ ਜੀ। ਅਤੇ ਈਸਟ ਦੇ ਵਿੱਚ ਇਹ ਫੈਲੀ ਸੀ ਮੇਰਠ ਯੂਪੀ, ਇੱਥੋਂ ਤੱਕ ਫੈਲੀ ਸੀ, ਠੀਕ ਹੈ ਜੀ। ਤਾਂ ਇੱਥੇ ਜਿਹੜੀ ਨਦੀ ਵਹਿੰਦੀ ਹੈ ਉਹ ਕਿਹੜੀ ਵਹਿੰਦੀ ਹੈ? ਹਿੰਡਨ ਰਿਵਰ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਕਈ ਵਾਰੀ ਤੁਹਾਨੂੰ ਜ਼ਿਆਦਾ ਡੀਪਲੀ ਜੇ ਤੁਹਾਨੂੰ ਪੁੱਛ ਲੈਣ ਕਿ ਜਿਹੜੀ ਹੌਰੀਜ਼ੈਂਟਲੀ ਜਾਂ ਵਰਟੀਕਲੀ ਤੁਹਾਨੂੰ ਪੁੱਛਣਗੇ ਕਿ ਜਿਹੜੀ ਇਹਦੀ ਲੰਬਾਈ ਸੀ ਉਹ ਕਿੰਨੀ ਸੀ ਅਤੇ ਚੌੜਾਈ ਕਿੰਨੀ ਸੀ, ਮਤਲਬ ਫੈਲਣ ਦੇ ਵਿੱਚ, ਠੀਕ ਹੈ। ਤਾਂ ਇਹ ਸਭ ਤੋਂ ਮੋਸਟ ਤੁਹਾਡੇ ਜਿੰਨੇ ਵੀ ਡੀਪਲੀ ਆਪਾਂ ਫੈਕਟ ਹੈ ਉਹ ਉੱਥੋਂ ਤੱਕ ਆਪਾਂ ਕਵਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਇੱਕ ਵੀ ਫੈਕਟ, ਤਾਂ ਕਿ ਤੁਹਾਡਾ ਮਿਸ ਨਾ ਹੋ ਸਕੇ। ਤਾਂ ਜਿਹੜੀ ਇਹਦੀ ਲੰਬਾਈ ਸੀ ਉਹ ਸੀਗੀ 1400 ਕਿਲੋਮੀਟਰ ਅਤੇ ਚੌੜਾਈ ਇਹਦੀ ਜ਼ਿਆਦਾ ਸੀ 1600 ਕਿਲੋਮੀਟਰ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਤਾਂ ਇੱਕ ਤਾਂ ਤੁਸੀਂ ਸ਼ਹਿਰ ਯਾਦ ਰੱਖਿਓ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਦੈਮਾਬਾਦ ਮਹਾਰਾਸ਼ਟਰ ਨਾਰਥ ਟੂ ਸਾਊਥ ਫੈਲੀ ਹੋਈ ਸੀ, ਅਤੇ ਬਲੋਚਿਸਤਾਨ ਦਾਸਤਾ ਰਿਵਰ ਇੱਥੇ ਵਹਿੰਦੀ ਹੈ। ਬਲੋਚਿਸਤਾਨ ਤੋਂ ਲੈ ਕੇ ਮੇਰਠ ਤੱਕ ਇਹ ਆਪਣੇ ਵੈਸਟ ਟੂ ਈਸਟ ਇਹ ਜਿਹੜੀ ਇਹ ਫੈਲੀ ਸੀ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਤਾਂ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਇਹ ਲੋਕ ਆਉਂਦੇ ਸੀ ਤਾਂ ਇਹ ਇੰਡਸ ਨਦੀ ਦੇ ਆਸ-ਪਾਸ ਇਰਦ ਗਿਰਦ ਆ ਕੇ ਵਸ ਗਏ। ਕਿਉਂ ਵਸ ਗਏ? ਕਿਉਂਕਿ ਜਿੱਥੇ ਪਾਣੀ ਹੁੰਦਾ ਹੈ ਉੱਥੇ ਜਿਹੜੀ ਜ਼ਮੀਨ ਹੁੰਦੀ ਹੈ ਉਹ ਫਰਟਾਈਲ ਹੁੰਦੀ ਹੈ, ਉੱਥੇ ਜਿਹੜੀ ਜਲਵਾਯੂ ਹੁੰਦੀ ਹੈ ਉਹ ਅਲੱਗ ਹੁੰਦੀ ਹੈ, ਜ਼ਮੀਨ ਜਿਹੜੀ ਹੁੰਦੀ ਉੱਥੇ ਉਹ ਮਤਲਬ ਫਰਟਾਈਲ ਹੁੰਦੀ ਹੈ, ਸਾਰੀਆਂ ਫਸਲਾਂ ਉੱਥੇ ਪੈਦਾ ਹੁੰਦੀਆਂ। ਪੀਣ ਦਾ ਇੱਕ ਸਾਧਨ ਹੈ ਪਾਣੀ, ਠੀਕ ਹੈ ਜੀ। ਤਾਂ ਪਾਣੀ ਆਪਾਂ ਬਹੁਤ ਆਪਣੀਆਂ ਜਿਹੜੀਆਂ ਰੋਜ਼ਮर्रा ਦੀ ਲਾਈਫ ਹੈ ਇਹਦੇ ਵਿੱਚ ਆਪਾਂ ਉਹਦਾ ਪ੍ਰਯੋਗ ਕਰਦੇ ਹਾਂ, ਤਾਂ ਕਰਕੇ ਇਹ ਲੋਕ ਜਿਹੜੇ ਇੰਡਸ ਨਦੀ ਦੇ ਆਸ-ਪਾਸ ਇਹ ਆ ਕੇ ਵਸ ਗਏ ਸੀ। ਇਹਨਾਂ ਨੇ ਇੱਕ ਪੂਰੀ ਡਿਵੈਲਪਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਸੱਭਿਅਤਾ ਕਾਇਮ ਕਰ ਲਈ ਸੀ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਜੰਮੂ ਕਸ਼ਮੀਰ ਨਾਰਥ ਦੇ ਵਿੱਚ, ਦੈਮਾਬਾਦ ਸਾਊਥ ਦੇ ਵਿੱਚ, ਬਲੋਚਿਸਤਾਨ ਵੈਸਟ ਦੇ ਵਿੱਚ, ਅਤੇ ਮੇਰਠ ਹੈ ਜਿਹੜਾ ਆਪਣਾ ਈਸਟ ਦੇ ਵਿੱਚ। ਤਾਂ ਇਵੇਂ ਇਹ ਮਤਲਬ ਇਹ ਸੱਭਿਅਤਾ ਫੈਲੀ ਹੋਈ ਸੀ। ਲੰਬਾਈ ਦੇ ਵਿੱਚ ਇਹ ਘੱਟ ਸੀ 1400 ਕਿਲੋਮੀਟਰ, ਚੌੜਾਈ ਦੇ ਵਿੱਚ ਇਹ ਜ਼ਿਆਦਾ ਸੀ 1600 ਕਿਲੋਮੀਟਰ, ਠੀਕ ਹੈ ਜੀ। ਤਾਂ ਇਹ ਤੁਹਾਡੇ ਸਾਰੇ ਜਿਹੜੇ ਫੈਕਟ ਹੈ ਉਹ ਆਪਾਂ ਕਲੀਅਰ ਕਰਵਾਤੇ। ਇਹ ਸਾਰੀ ਤੁਸੀਂ ਇਮੇਜ ਆਪਣੇ ਦਿਮਾਗ ਦੇ ਵਿੱਚ ਫਿੱਟ ਕਰ ਲਓ ਕਿ ਇਹ ਸੱਭਿਅਤਾ ਨੂੰ ਆਪਾਂ ਕਹਿੰਦੇ ਹਾਂ ਇੰਡਸ ਵੈਲੀ ਸਿਵਲਾਈਜੇਸ਼ਨ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਜਿਹੜਾ ਇੰਡੀਆ ਦਾ ਇਹਨਾਂ ਨੇ ਇੰਨਾ ਜ਼ਿਆਦਾ ਜਿਹੜਾ ਏਰੀਆ ਉਹ ਇਹਨਾਂ ਨੇ ਕਵਰ ਕੀਤਾ ਹੋਇਆ ਸੀ, ਇਹ ਤੁਸੀਂ ਯਾਦ ਰੱਖਣਾ। ਬਹੁਤ ਇੰਪੋਰਟੈਂਟ ਫੈਕਟ ਹੈ ਇਹ ਤੁਹਾਡੇ, ਇੱਕ ਫੈਕਟ ਹੈ, ਬਹੁਤ ਡੀਪਲੀ ਆਪਾਂ ਕਵਰ ਕਰਵਾ ਰਹੇ ਹਾਂ ਕਿਉਂਕਿ ਤੁਸੀਂ ਮਾਸਟਰ ਕੇਡਰ ਦਾ ਪੇਪਰ ਦੇਣ ਜਾ ਰਹੇ ਹੋ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਕਿੰਨਾ ਵੀ ਡੀਪਲੀ ਕਿੱਥੋਂ ਵੀ ਤੁਹਾਨੂੰ ਸਵਾਲ ਹੈ ਜਿਹੜਾ ਉਹ ਆ ਸਕਦਾ ਹੈ, ਤਾਂ ਇੱਕ ਫੈਕਟ ਤੁਹਾਡਾ ਕਲੀਅਰ ਹੋਣਾ ਚਾਹੀਦਾ। ਤਾਂ ਇਹ ਮੈਪ ਦੇ ਅਕੋਰਡਿੰਗ ਤੁਸੀਂ ਇੱਕ ਇਮੇਜ ਤੁਹਾਡੇ ਮਾਈਂਡ ਦੇ ਵਿੱਚ ਸੈੱਟ ਹੋ ਗਈ। ਤਾਂ ਹੁਣ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਆਪਾਂ ਇੱਕ ਫੈਕਟ ਹੈ ਜਿਹੜਾ ਉਹ ਆਪਾਂ ਕਵਰ ਕਰਾਂਗੇ। ਤਾਂ ਲਾਸਟ ਤੱਕ ਤੁਸੀਂ ਸੈਸ਼ਨ ਦੇ ਬਣੇ ਰਹੋ। ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਵੈਸੇ ਤਾਂ ਇਹਦਾ ਜਿਹੜਾ ਟਾਈਮ ਪੀਰੀਅਡ ਹੈ ਕਈ ਵਾਰੀ ਉਹ 2600 ਤੋਂ 1800 BCE ਤੱਕ ਕਹਿ ਦਿੰਦੇ ਨੇ। BCE ਦਾ ਕੀ ਮਤਲਬ ਹੁੰਦਾ? ਬਿਫੋਰ ਕ੍ਰਾਈਸਟ ਐਰਾ, ਠੀਕ ਹੈ ਜੀ। ਬਿਫੋਰ ਕ੍ਰਾਈਸਟ ਮਤਲਬ ਜਿਹੜਾ ਇਹਨਾਂ ਦਾ ਗੁਰੂ ਹੈ, ਅੰਗਰੇਜ਼ਾਂ ਦਾ ਗੁਰੂ ਜੀਸਸ ਕ੍ਰਾਈਸਟ, ਤਾਂ ਉਸ ਤੋਂ ਪਹਿਲਾਂ ਦੀ ਗੱਲ ਇਹ ਕਹਿ ਰਹੇ ਆ, ਠੀਕ ਹੈ ਜੀ। ਬਿਫੋਰ ਕ੍ਰਾਈਸਟ, ਠੀਕ ਹੈ। ਉਸ ਟਾਈਮ 'ਤੇ ਇਹਨਾਂ ਨੇ ਇਹ ਟਾਈਮ ਸੈੱਟ ਕੀਤੇ ਹੋਏ ਨੇ। ਤਾਂ 2500 ਤੋਂ 1750 BCE ਦਾ ਟਾਈਮ ਹੈ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਟਾਈਮ ਹੈ। ਤਾਂ ਇਹਨੂੰ ਜਾਣਿਆ ਕਿਵੇਂ ਜਾਂਦਾ ਹੈ, ਮਤਲਬ ਇਹਨੂੰ ਕਿਹੜੀ ਚੀਜ਼ ਦੇ ਲਈ ਇਹ ਫੇਮਸ ਹੈ ਜਿਹੜੀ ਆਪਣੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ? ਤਾਂ ਇਹ ਨੌਨ ਫॉर ਜਾਣੀ ਜਾਂਦੀ ਹੈ ਟਾਊਨ ਪਲੈਨਿੰਗ ਦੇ ਲਈ, ਠੀਕ ਹੈ ਜੀ। ਟਾਊਨ ਪਲੈਨਿੰਗ ਦੇ ਲਈ ਇਹ ਜਾਣੀ ਜਾਂਦੀ ਹੈ ਕਿਉਂਕਿ ਇਹ ਜਿਹੜੇ ਲੋਕ ਸੀ ਇਹ ਕੋਈ ਮਾਮੂਲੀ ਲੋਕ ਨਹੀਂ ਸੀ, ਇਹ ਬਹੁਤ ਡਿਵੈਲਪਡ ਲੋਕ ਸੀ ਉਸ ਟਾਈਮ 'ਤੇ। ਤੁਸੀਂ ਦੇਖ ਲਓ ਕਿ ਕਿੰਨੇ ਸਾਲਾਂ ਪੁਰਾਣੀ ਇਹ ਗੱਲ ਹੈ। ਉਸ ਟਾਈਮ 'ਤੇ ਇਹ ਲੋਕਾਂ ਨੇ ਪੂਰੇ ਮਤਲਬ ਵੈਲ ਸੈਟਲਡ ਅਤੇ ਵੈਲ ਪਲੈਨਡ ਇਹ ਆਪਣੇ ਸ਼ਹਿਰਾਂ ਨੂੰ ਰੱਖਦੇ ਸੀ ਕਿ ਜਿਵੇਂ ਕਿ ਇਹਨਾਂ ਦਾ ਡਰੇਨੇਜ ਸਿਸਟਮ ਸੀ, ਪਾਣੀ ਦਾ ਨਿਕਾਸ ਸੀ, ਉਹ ਬਿਲਕੁਲ ਮਤਲਬ ਜਿਹੜੀਆਂ ਆਪਾਂ ਕਹਿੰਦੇ ਹਾਂ ਨਾਲੀਆਂ ਹੁੰਦੀਆਂ ਨੇ ਪਾਣੀ ਦੀਆਂ, ਜਿੱਥੋਂ ਪਾਣੀ ਆਪਣਾ ਵੇਸਟੇਜ ਜਿੱਥੋਂ ਆਪਣਾ ਜਾਂਦਾ ਹੈ, ਤਾਂ ਜਿਵੇਂ ਆਪਾਂ ਸੀਵਰੇਜ ਸਿਸਟਮ ਕਹਿ ਦਿੰਦੇ ਹਾਂ, ਤਾਂ ਉਹ ਪੂਰਾ ਮਤਲਬ ਪ੍ਰਪੇਅਰ ਸੀ, ਪੂਰਾ ਢੱਕਿਆ ਹੋਇਆ ਸੀ ਜਾਂ ਤਾਂ ਕਿ ਮੱਛਰ ਪੈਦਾ ਨਾ ਹੋ ਸਕੇ। ਤਾਂ ਵੈਲ ਪਲੈਨਡ ਲੋਕ ਸੀਗੇ ਇਹ, ਠੀਕ ਹੈ ਜੀ। ਤਾਂ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਨੌਨ ਫॉर ਕਾਹਦੇ ਲਈ ਜਾਣੀ ਹੈ? ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ। ਤਾਂ ਇਹ ਟਾਊਨ ਪਲੈਨਿੰਗ ਦੇ ਲਈ ਬਹੁਤ ਫੇਮਸ ਹੈ ਜਿਹੜੀ ਆਪਣੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਇੱਕ ਤੁਹਾਨੂੰ ਇਹ ਪੁੱਛਦੇ ਹੁੰਦੇ ਨੇ ਕਿ ਇਹ ਰੂਰਲ ਸਿਵਲਾਈਜੇਸ਼ਨ ਹੈ ਜਾਂ ਅਰਬਨ ਹੈ? ਤਾਂ ਇਹ ਅਰਬਨ ਹੈ, ਇਹ ਰੂਰਲ ਲੋਕ ਨਹੀਂ ਸੀਗੇ, ਇਹ ਅਰਬਨ ਸੀ, ਪੂਰੇ ਮਤਲਬ ਫੇਮਸ, ਪੂਰੇ ਡਿਵੈਲਪਡ, ਪੂਰੇ ਦਿਮਾਗਾਂ ਵਾਲੇ ਬੰਦੇ ਸੀ ਇਹ, ਠੀਕ ਹੈ ਜੀ। ਤਾਂ ਅਰਬਨ ਸਿਵਲਾਈਜੇਸ਼ਨ ਹੈ, ਪੂਰੀ ਸ਼ਹਿਰੀ ਸੱਭਿਅਤਾ ਇਹ, ਠੀਕ ਹੈ ਜੀ। ਇਹ ਤੁਹਾਨੂੰ ਪੁੱਛਿਆ ਜਾਊਗਾ। ਹਾਊਸਿਸ ਆਰ ਮੇਡ ਫਰੋਮ ਪੱਕਾ ਬ੍ਰਿਕਸ। ਤਾਂ ਇਹ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਕਿ ਇਹਨਾਂ ਦੇ ਘਰ ਜਿਹੜੇ ਬਣੇ ਹੁੰਦੇ ਸੀ ਉਹ ਕਿਹੜੀਆਂ ਇੱਟਾਂ ਦੇ ਬਣੇ ਸੀ? ਤਾਂ ਪੱਕੀਆਂ ਇੱਟਾਂ ਦੇ, ਜਿਹੜੀ ਆਪਾਂ ਅੱਜ ਯੂਜ਼ ਕਰਦੇ ਹਾਂ ਪੱਕੀਆਂ ਇੱਟਾਂ, ਤਾਂ ਉਹਨਾਂ ਦੇ ਹੀ ਅੱਜ ਤੋਂ ਦੇਖ ਲਓ ਕਿੰਨੇ 100 ਸਾਲ, ਕਿੰਨੇ ਹਜ਼ਾਰਾਂ ਸਾਲਾਂ ਦੀ ਗੱਲ ਹੈ ਇਹ। ਤਾਂ ਅੱਜ ਤੋਂ
ਦੇਖ ਲਓ ਕਿੰਨੇ ਸੌ ਸਾਲ ਮਤਲਬ ਪ੍ਰੀਵੀਅਸ ਆਪਾਂ ਜੇ ਜਾਈਏ ਤਾਂ ਉਸ ਟਾਈਮ 'ਤੇ ਵੀ ਇਹਨਾਂ ਨੇ ਪੱਕੀਆਂ ਇੱਟਾਂ ਦੇ ਘਰ ਪ੍ਰੋਪਰ ਬਣਾਏ ਹੋਏ ਸੀ, ਅਤੇ ਘਰ ਵੀ ਇਹਨਾਂ ਦੇ 2 ਸਟੋਰੀ ਤੋਂ ਘੱਟ ਨਹੀਂ ਸੀ। 2 ਸਟੋਰੀ ਇਹਨਾਂ ਦੇ ਘਰ ਸੀਗੇ, ਜਿਵੇਂ ਆਪਾਂ ਉੱਪਰ ਚਵਾਰਾ ਪਾ ਲੈਂਦੇ ਹਾਂ ਤਾਂ ਇਸ ਤਰ੍ਹਾਂ ਦਾ ਇਹਨਾਂ ਦਾ ਸਿਸਟਮ ਸੀਗਾ। 2 ਸਟੋਰੀ ਇਹਨਾਂ ਦੇ ਘਰ ਹੁੰਦੇ ਸੀ ਅਤੇ ਵੈਲ ਪਲੈਨਡ ਘਰ ਹੁੰਦੇ ਸੀ। ਇਹ ਨਹੀਂ ਕਿ ਮਤਲਬ ਜਿੱਥੇ ਵੀ ਇਹਨਾਂ ਨੂੰ ਜਗ੍ਹਾ ਮਿਲੀ ਉੱਥੇ ਘਰ ਪਾ ਲਿਆ, ਤਾਂ ਪੂਰੇ ਮਤਲਬ ਪਲੈਨਿੰਗ ਦੇ ਨਾਲ ਇਹ ਘਰ ਪਾਉਂਦੇ ਸੀ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਿਓ, ਪੱਕੀਆਂ ਇੱਟਾਂ ਦੇ ਘਰ। ਅਗਲਾ ਜਿਹੜਾ ਆਪਣਾ ਫੈਕਟ ਹੈ ਇਹ ਬਹੁਤ ਇੰਪੋਰਟੈਂਟ ਹੈ, ਇਹ ਤੁਸੀਂ ਯਾਦ ਕਰ ਲਿਓ। ਸੀਟਾਡਲ ਮਤਲਬ ਸੀਟਾਡਲ ਇੱਕ ਟਰਮ ਯੂਜ਼ ਹੁੰਦੀ ਹੈ। ਸੀਟਾਡਲ ਦਾ ਕੀ ਮਤਲਬ ਹੈ? ਇੱਕ ਨਾ ਇਹ ਮਤਲਬ ਜਦੋਂ ਆਪਣਾ ਜਿਹੜਾ ਇਹ ਸ਼ਹਿਰ ਸਥਾਪਿਤ ਕਰਦੇ ਸੀਗੇ ਤਾਂ ਉਹਦੇ ਇਰਦ ਗਿਰਦ ਇਹ ਉਹਨੂੰ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਫੋਰਟੀਫਿਕੇਸ਼ਨ ਕਰਦੇ ਸੀ, ਕਿਲਾਬੰਦੀ ਕਰਦੇ ਸੀ। ਕਿਲਾਬੰਦੀ ਕਿਉਂ ਕਰਦੇ ਸੀ? ਤਾਂ ਕਿ ਬਾਹਰੀ ਹਮਲਾਵਰਾਂ ਤੋਂ ਜਾਂ ਮਤਲਬ ਜਿੱਥੇ ਬੈਠ ਕੇ ਇਹ ਸਿਟਾਡਲ ਉਹਨੂੰ ਕਹਿੰਦੇ ਨੇ, ਇੱਕ ਤਾਂ ਇਹ ਕਿਲਾਬੰਦੀ ਕਰਦੇ ਸੀ ਸਿਟਾਡਲ ਦੇ ਵਿੱਚ। ਠੀਕ ਹੈ ਜੀ, ਮਤਲਬ ਸਿਟਾਡਲ ਇੱਕ ਕਿਲੇਬੰਦੀ ਦੇ ਤੌਰ 'ਤੇ ਸ਼ਬਦ ਹੈ ਜਿਹੜਾ ਉਹ ਵਰਤਿਆ ਜਾਂਦਾ। ਇੱਕ ਇਹ ਸਿਟਾਡਲ ਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਹਾਲ ਬਣਾਏ ਹੋਏ ਸੀ, ਉੱਥੇ ਬੈਠ ਕੇ ਇਹ ਪੂਰੀ ਪਲੈਨਿੰਗ ਕਰਦੇ ਸੀ। ਜਿਵੇਂ ਕਿ ਅੱਜ ਪੰਚਾਇਤ ਬੈਠਦੀ ਹੈ, ਠੀਕ ਹੈ ਜੀ, ਜਾਂ ਆਪਣਾ ਪਾਰਲੀਮੈਂਟ ਬੈਠਦੀ ਹੈ, ਤਾਂ ਉਸ ਟਾਈਪ 'ਤੇ ਇਹ ਬੈਠ ਕੇ ਲੋਕ ਇਹ ਪਲੈਨਿੰਗ ਕਰਦੇ ਸੀ। ਸੀਟਾਡਲ ਉਹਦੇ ਲਈ ਬਣਾਇਆ ਗਿਆ ਸੀ। ਉੱਚੀ ਜਗ੍ਹਾ ਨੂੰ ਸੀਟਾਡਲ ਕਿਹਾ ਜਾਂਦਾ, ਉੱਚੀ ਜਗ੍ਹਾ ਨੂੰ ਸੀਟਾਡਲ ਕਿਹਾ ਜਾਂਦਾ, ਜਿੱਥੇ ਇਹ ਫੋਰਟੀਫਿਕੇਸ਼ਨ ਕਰਦੇ ਸੀ, ਕਿਲਾਬੰਦੀ ਕਰਦੇ ਸੀ। ਅਤੇ ਲੋਅਰ ਟਾਊਨ ਕਿਹਨੂੰ ਕਿਹਾ ਜਾਂਦਾ ਸੀ? ਜਿੱਥੇ ਕਾਮਨ ਪੀਪਲ ਯਾਨੀ ਕਿ ਆਮ ਲੋਕ ਸਾਰੇ ਰਹਿੰਦੇ ਸੀ, ਤਾਂ ਆਮ ਘਰਾਂ ਦਾ ਨਿਵਾਸੀ, ਉਹਨੂੰ ਲੋਅਰ ਟਾਊਨ ਕਿਹਾ ਜਾਂਦਾ ਸੀ। ਸੀਟਾਡਲ ਕਿਹਾ ਜਾਂਦਾ ਸੀ ਜਿਹੜਾ ਉੱਚਾ ਥਾਂ ਹੁੰਦਾ ਸੀ, ਉੱਚੀ ਜਗ੍ਹਾ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਫੈਕਟ ਹੈ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਆਕਿਊਪੇਸ਼ਨ, ਯਾਨੀ ਕਿ ਇਹਨਾਂ ਦਾ ਕਿੱਤਾ ਕੀ ਸੀ? ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੀ ਹੈਗੀ ਸੀ ਤਾਂ ਇਹ ਲੋਕ ਕਰਦੇ ਕੀ ਸੀ? ਠੀਕ ਹੈ ਜੀ, ਤਾਂ ਆਪਾਂ ਸਟੈਪ ਬਾਏ ਸਟੈਪ ਪੜ੍ਹਾਂਗੇ। ਇੱਕ ਤਾਂ ਜਿਹੜੇ ਇਹ ਮਤਲਬ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਸੀ, ਮਤਲਬ ਪਹਿਲਾਂ ਲੋਕ ਆਪਾਂ ਜੇ ਆਪਾਂ ਪੁਰਾਣੇ ਲੋਕ ਲਾਈਏ, ਜਦੋਂ ਮਨੁੱਖ ਦਾ ਜਨਮ ਹੋਇਆ ਤਾਂ ਪਹਿਲਾਂ ਲੋਕ ਕੁਦਰਤ ਦੇ ਬਹੁਤ ਨੇੜੇ ਸੀ, ਕੁਦਰਤ ਦੀ ਉਹ ਪੂਜਾ ਕਰਦੇ ਸੀ, ਉਹਨਾਂ ਦੇ ਵਿੱਚ ਕੋਈ ਵਿਤਕਰਾ ਨਹੀਂ ਸੀ। ਠੀਕ ਹੈ ਜੀ, ਤਾਂ ਜਿਵੇਂ ਜਿਵੇਂ ਡਿਵੈਲਪਮੈਂਟ ਹੋਈ ਹੈ ਤਾਂ ਆਪਣੇ ਲੋਕਾਂ ਦੇ ਵਿੱਚ ਫਰਕ ਪੈਂਦਾ ਜਾਂਦਾ, ਯਾਨੀ ਕਿ ਉਹ ਕੁਦਰਤ ਤੋਂ ਬਹੁਤ ਦੂਰ ਹੋ ਗਏ। ਤਾਂ ਇਹ ਵੀ ਆਪਾਂ ਸਟੈਪ ਬਾਏ ਸਟੈਪ ਜਦੋਂ ਪੜ੍ਹਾਂਗੇ ਤਾਂ ਤੁਹਾਨੂੰ ਇਹ ਚੀਜ਼ ਸਮਝ ਆਊਗੀ ਕਿ ਆਪਾਂ ਕਿਵੇਂ ਕੁਦਰਤ ਤੋਂ ਦੂਰ ਹੋਏ। ਤਾਂ ਆਕਿਊਪੇਸ਼ਨ ਇਹਨਾਂ ਦਾ ਕੀ ਸੀ? ਆਕਿਊਪੇਸ਼ਨ ਇਹਨਾਂ ਦਾ ਆਪਣੇ ਵਾਂਗੂ ਨਾਰਮਲ ਜਿਹੜਾ ਸੀ ਉਹ ਖੇਤੀਬਾੜੀ ਸੀ। ਠੀਕ ਹੈ, ਖੇਤੀ ਕਰਦੇ ਸੀ ਇਹ ਲੋਕ। ਇਹਨਾਂ ਨੂੰ ਮਤਲਬ ਬਹੁਤ ਫਸਲਾਂ ਬਾਰੇ, ਜਿਵੇਂ ਕਿ ਕਾਟਨ ਹੋ ਗਈ, ਬਾਰਲੇ, ਠੀਕ ਹੈ ਜੀ, ਜੌਂ ਹੋ ਗਏ, ਠੀਕ ਹੈ, ਤਾਂ ਜਿਵੇਂ ਕਿ ਮਿਲਟ ਹੋ ਗਿਆ, ਤਾਂ ਹਰ ਇੱਕ ਫਸਲ ਬਾਰੇ ਇਹਨਾਂ ਨੂੰ ਪੂਰੀ ਜਾਣਕਾਰੀ ਸੀ, ਤਾਂ ਖੇਤੀ ਇਹ ਲੋਕ ਕਰਦੇ ਸੀ। ਇਹ ਚੀਜ਼ਾਂ ਆਪਾਂ ਨੂੰ ਕਿਵੇਂ ਪਤਾ ਲੱਗਦੀਆਂ ਨੇ? ਕਿਉਂਕਿ ਜਦੋਂ ਇਹਦੀ ਖੁਦਾਈ ਹੋਈ ਤਾਂ ਕਈ ਚੀਜ਼ਾਂ ਉੱਥੇ ਮਿਲੀਆਂ ਨੇ। ਠੀਕ ਹੈ ਜੀ, ਕਈ ਚੀਜ਼ਾਂ ਅਵਸ਼ੇਸ਼ ਮਿਲੇ ਨੇ, ਤਾਂ ਹਿਸਟੋਰੀਅਨ ਨੇ ਜੋ ਵੀ ਲਿਖਿਆ ਤਾਂ ਉਹੀ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਠੀਕ ਹੈ ਜੀ, ਤਾਂ ਉੱਥੋਂ ਪਤਾ ਲੱਗਦਾ ਕਿ ਇਹ ਲੋਕ ਖੇਤੀ ਕਰਦੇ ਸੀ, ਕੈਟਲ ਰੇਅਰਿੰਗ ਕਰਦੇ ਸੀ। ਠੀਕ ਹੈ ਜੀ, ਕੈਟਲ ਰੇਅਰਿੰਗ ਦਾ ਮਤਲਬ ਹੁੰਦਾ ਪਸ਼ੂ ਪਾਲਣ। ਠੀਕ ਹੈ ਜੀ, ਹਰ ਇੱਕ ਪਸ਼ੂ, ਜਿਵੇਂ ਕਿ ਗਾਵਾਂ ਹੋ ਗਈਆਂ, ਮੱਝਾਂ ਹੋ ਗਈਆਂ, ਠੀਕ ਹੈ ਜੀ, ਬੁੱਲਜ਼ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਇਹ ਪਾਲਦੇ ਸੀ। ਠੀਕ ਹੈ ਜੀ, ਤਾਂ ਲੋਕ ਇਹ ਹੰਟਿੰਗ ਵੀ ਕਰਦੇ ਸੀ। ਠੀਕ ਹੈ ਜੀ, ਸ਼ਿਕਾਰ ਵੀ ਕਰਦੇ ਸੀ, ਕਿਉਂਕਿ ਜਦੋਂ ਆਪਣਾ ਸਟੋਨ ਏਜ ਸੀਗਾ, ਇਸ ਤੋਂ ਪਹਿਲਾਂ ਵਾਲੀ ਜਿਹੜੀ ਆਪਣੀ ਏਜ ਲੰਘ ਕੇ ਗਈ ਹੈ, ਉਹਦੇ ਵਿੱਚ ਆਪਾਂ ਪੜ੍ਹਦੇ ਹਾਂ ਪੈਲਿਓਲਿਥਿਕ, ਮੀਜ਼ੋਲਿਥਿਕ, ਨੀਓਲਿਥਿਕ। ਉਹ ਜਿਹੜੇ ਆਪਾਂ ਪੱਥਰ ਏਜ ਪੜ੍ਹਦੇ ਹਾਂ, ਜਦੋਂ ਮਨੁੱਖ ਨੂੰ ਸਿਰਫ ਪੱਥਰ ਬਾਰੇ ਹੀ ਪਤਾ ਸੀ, ਪੱਥਰ ਤੋਂ ਹੀ ਉਹ ਆਪਣੇ ਹਥਿਆਰ ਬਣਾਉਂਦਾ ਸੀ, ਪੱਥਰ ਨਾਲ ਉਹ ਆਪਣਾ ਸ਼ਿਕਾਰ ਕਰਦਾ ਸੀ। ਤਾਂ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਇਹ। ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਆਈ ਹੈ ਤਾਂ ਉਹ ਲੋਕ ਜਿਨ੍ਹਾਂ ਨੂੰ ਬਿਲਕੁਲ ਵੀ ਨੌਲੇਜ ਨਹੀਂ ਸੀ, ਜਿਹੜੇ ਕਿ ਪੱਥਰਾਂ ਨਾਲ ਆਪਣਾ ਗੁਜ਼ਾਰਾ ਕਰਦੇ ਸੀ, ਤਾਂ ਇਹ ਜਿਹੜੀ ਸਿਵਲਾਈਜੇਸ਼ਨ ਸੀ ਇਹਨਾਂ ਨੂੰ ਹਰ ਇੱਕ ਚੀਜ਼ ਬਾਰੇ ਨੌਲੇਜ ਸੀ, ਖੇਤੀ ਬਾਰੇ, ਹਥਿਆਰਾਂ ਬਾਰੇ। ਠੀਕ ਹੈ ਜੀ, ਤਾਂ ਮਤਲਬ ਕਾਪਰ, ਬ੍ਰੋਂਜ਼, 골ਡ। ਸਿਰਫ ਇਹਨਾਂ ਨੂੰ ਆਇਰਨ ਬਾਰੇ ਨਹੀਂ ਪਤਾ ਸੀ, ਕਿਉਂਕਿ ਆਇਰਨ ਉਸ ਟਾਈਮ 'ਤੇ ਡਿਸਕਵਰ ਨਹੀਂ ਹੋਇਆ ਸੀ। ਆਇਰਨ ਜਿਹੜਾ ਆਪਣਾ ਡਿਸਕਵਰ ਹੋਇਆ ਉਹ ਹੋਇਆ ਲੇਟਰ ਵੈਦਿਕ ਦੇ ਵਿੱਚ। ਲੇਟਰ ਵੈਦਿਕ ਪੀਰੀਅਡ ਆਪਾਂ ਪੜ੍ਹਾਂਗੇ ਅੱਗੇ। ਠੀਕ ਹੈ ਜੀ, ਉਹਦੇ ਵਿੱਚ ਆ ਕੇ ਆਇਰਨ ਡਿਸਕਵਰ ਹੋਇਆ। ਤਾਂ ਆਰਟ ਐਂਡ ਕਰਾਫਟ ਬਾਰੇ ਵੀ ਇਹ ਲੋਕ ਬਹੁਤ ਮੰਨੇ ਪਰਮੰਨੇ ਜਾਂਦੇ ਨੇ, ਆਰਟ ਐਂਡ ਕਰਾਫਟ ਬਾਰੇ, ਕਿਉਂਕਿ ਉਸ ਟਾਈਮ 'ਤੇ ਇਹਨਾਂ ਦੀ ਜਿਹੜੀ ਕਲਾ ਸੀ, ਉਸ ਟਾਈਮ 'ਤੇ ਕੁਛ ਜਿਹੜੇ ਅਵਸ਼ੇਸ਼ ਮਿਲੇ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਲੋਕਾਂ ਨੂੰ ਆਰਟ ਐਂਡ ਕਰਾਫਟ ਬਾਰੇ ਵੀ ਬਹੁਤ ਨੌਲੇਜ ਸੀ। ਠੀਕ ਹੈ ਜੀ, ਤਾਂ ਇੱਕ ਚੀਜ਼ ਹੋਰ ਮੈਂ ਐਂਡ ਦੇ ਉੱਤੇ ਮੈਂਸ਼ਨ ਕੀਤੀ ਹੈ, ਬਾਰਟਰ ਸਿਸਟਮ। ਤਾਂ ਉਸ ਟਾਈਮ 'ਤੇ ਬਾਰਟਰ ਸਿਸਟਮ ਚੱਲਦਾ ਸੀ, ਜਿਵੇਂ ਵਸਤਾਂ ਲੈਣ ਦੇਣ ਦੀ ਪ੍ਰਕਿਰਿਆ। ਠੀਕ ਹੈ ਜੀ, ਪੈਸਾ ਨਹੀਂ ਸੀ, ਪੈਸਾ ਬਹੁਤ ਮਤਲਬ ਨਾ ਮਾਤਰ ਸੀਗਾ, ਤਾਂ ਬਾਰਟਰ ਸਿਸਟਮ ਹੀ ਚੱਲਦਾ ਸੀ, ਪੈਸਾ ਹੈ ਨਹੀਂ ਸੀ। ਬਾਰਟਰ ਮਤਲਬ ਕਿ ਜਿਵੇਂ ਕਿਸੇ ਬੰਦੇ ਨੇ, ਇੱਕ ਬੰਦੇ ਨੇ ਦੂਸਰੇ ਬੰਦੇ ਨੂੰ ਕੋਈ ਪਸ਼ੂ ਦੇਤਾ, ਜਾਂ ਕੋਈ ਗਾਂ ਜਾਂ ਕੋਈ ਮੱਝ, ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਦੇਤੀ, ਤਾਂ ਉਹ ਬੰਦਾ ਉਹਨੂੰ ਉਹਦੇ ਬਦਲੇ ਕੋਈ ਚੀਜ਼ ਹੋਰ ਦੇ ਦਿੰਦਾ ਸੀ, ਉਹਨੂੰ ਬਾਰਟਰ ਸਿਸਟਮ ਕਹਿੰਦੇ, ਲੈਣ ਦੇਣ ਦੀ ਪ੍ਰਕਿਰਿਆ। ਠੀਕ ਹੈ ਜੀ, ਤਾਂ ਪੈਸਾ ਉਸ ਟਾਈਮ 'ਤੇ ਹੈ ਨਹੀਂ ਸੀ, ਬਾਰਟਰ ਸਿਸਟਮ ਚੱਲਦਾ ਸੀ। ਇਹ ਪੁੱਛਿਆ ਜਾਂਦਾ, ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਤਾਂ ਇੱਕ ਇੱਕ ਪੁਆਇੰਟ ਆਪਾਂ ਜਿੰਨਾ ਵੀ ਡੀਪਲੀ ਹੋ ਸਕੇ ਤੁਹਾਡਾ ਆਪਾਂ ਕਵਰ ਕਰਵਾਵਾਂਗੇ, ਇਹਨੂੰ ਨੋਟ ਕਰਦੇ ਜਾਇਓ, ਇਹ ਚੀਜ਼ਾਂ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ। ਠੀਕ ਹੈ ਜੀ, ਬਹੁਤ ਮਤਲਬ ਇਹ ਡੀਪਲੀ ਨੇ, ਬਹੁਤ ਇੰਪੋਰਟੈਂਟ ਨੇ ਤੁਹਾਡੇ ਲਈ। ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਬਾਰੇ ਇਹ ਨਹੀਂ ਕਿ ਤੁਹਾਨੂੰ ਮੋਟਾ ਮੋਟਾ ਸਿਰਫ ਪਤਾ ਹੋਣਾ ਚਾਹੀਦਾ ਕਿ ਜਿਹੜੇ ਕੁਐਸਚਨ ਤੁਹਾਨੂੰ ਪਹਿਲਾਂ ਆਉਂਦੇ ਨੇ, ਕਿਉਂਕਿ ਇਹ ਤੁਸੀਂ ਮਾਸਟਰ ਕੇਡਰ ਦੇਣ ਜਾ ਰਹੇ ਹੋ, ਇਹਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਪੁੱਛਣਗੇ ਹਰ ਇੱਕ ਫੈਕਟ।
ਅਗਲਾ ਜਿਹੜਾ ਆਪਣਾ ਫੈਕਟ ਹੈ, ਗੋਲਡ ਐਂਡ ਸਿਲਵਰ ਆਰ ਫਾਊਂਡ ਇਨ ਮੈਨੀ ਪਲੇਸਿਸ ਬਟ ਦੇ ਡੋਂਟ ਨੋ ਅਬਾਊਟ ਆਇਰਨ। ਇਹ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸ ਗਿਆ ਕਿ ਗੋਲਡ ਸਿਲਵਰ ਆਪਾਂ ਨੂੰ ਮਿਲਦਾ ਹੈ ਉਸ ਟਾਈਮ 'ਤੇ, ਸੋਨਾ, ਕਿਉਂਕਿ ਇਹ ਲੋਕ ਗਹਿਣੇ ਬਹੁਤ ਕੁਛ ਇਹ ਪਹਿਨਦੇ ਸੀ, ਪਰ ਲੋਹੇ ਬਾਰੇ ਇਹਨਾਂ ਨੂੰ ਕੁਛ ਵੀ ਨਹੀਂ ਪਤਾ ਸੀ, ਬਿਕੋਜ਼ ਉਸ ਟਾਈਮ 'ਤੇ ਆਇਰਨ ਡਿਸਕਵਰ ਨਹੀਂ ਹੋਇਆ ਸੀ, ਆਇਰਨ ਉਸ ਟਾਈਮ 'ਤੇ ਆਇਆ ਨਹੀਂ ਸੀ। ਆਇਰਨ ਆਪਣਾ ਅੱਗੇ ਜਾ ਕੇ ਆਊ, ਆਪਾਂ ਕਿਉਂਕਿ ਆਪਾਂ ਸਟੈਪ ਬਾਏ ਸਟੈਪ ਜਾਵਾਂਗੇ ਹਿਸਟਰੀ ਦੇ ਵਿੱਚ, ਤਾਂ ਅੱਗੇ ਜਾ ਕੇ ਮੈਂ ਤੁਹਾਨੂੰ ਦੱਸੂ ਕਿ ਆਇਰਨ ਕਦੋਂ ਡਿਸਕਵਰ ਹੋਇਆ ਸੀ। ਤਾਂ ਲੇਟਰ ਵੈਦਿਕ ਪੀਰੀਅਡ ਜਦੋਂ ਆਪਾਂ ਪੜ੍ਹਾਂਗੇ ਉਸ ਟਾਈਮ 'ਤੇ ਆਇਰਨ ਡਿਸਕਵਰ ਹੋਇਆ ਸੀ। ਤਾਂ ਸੋਨਾ, ਚਾਂਦੀ, ਇਹ ਸਾਰੀ ਚੀਜ਼ਾਂ ਬਾਰੇ ਜਾਣਦੇ ਸੀ। ਇਹ ਤੁਹਾਨੂੰ ਕੁਐਸਚਨ ਆਉਂਦਾ ਹੁੰਦਾ ਕਿ ਕਿਹੜੀ ਧਾਤ ਦੇ ਬਾਰੇ ਨਹੀਂ ਜਾਣਦੇ ਸੀ, ਤਾਂ ਇਹ ਆਇਰਨ ਬਾਰੇ ਬਿਲਕੁਲ ਵੀ ਨਹੀਂ ਜਾਣਦੇ ਸੀ, ਇਹ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਰਸ਼ਿਪ, ਪੂਜਾ। ਤੁਹਾਨੂੰ ਇਹ ਬਹੁਤ ਪੁੱਛਦੇ ਨੇ ਕਿ ਪੂਜਾ ਕਿਹੜੀ ਚੀਜ਼ ਦੀ ਕਰਦੇ ਸੀ, ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਵੇਂ ਪਹਿਲਾਂ ਪੱਥਰ ਯੁੱਗ ਆਇਆ ਸੀ, ਪੱਥਰ ਯੁੱਗ ਦੇ ਵਿੱਚ ਲੋਕ ਬਿਲਕੁਲ ਹੀ ਮਤਲਬ ਜਿਵੇਂ ਆਪਣੇ ਦਰਖਤ ਹੋ ਗਏ, ਠੀਕ ਹੈ ਜੀ, ਹਵਾ ਹੋ ਗਈ, ਅਗਨੀ ਜਿਹਨੂੰ ਆਪਾਂ ਕਹਿੰਦੇ ਆ, ਅੱਗ ਹੋ ਗਈ, ਠੀਕ ਹੈ ਜੀ, ਵਾਯੂ, ਅੱਗ, ਇਹਨਾਂ ਦੀ ਪੂਜਾ ਕਰਦੇ ਸੀ ਲੋਕ, ਨੇਚਰ ਨਾਲ ਬਹੁਤ ਜੁੜੇ ਹੋਏ ਸੀ, ਠੀਕ ਹੈ ਜੀ। ਤਾਂ ਬਟ ਜਿਉਂ-ਜਿਉਂ ਟਾਈਮ ਬੀਤਦਾ ਗਿਆ, ਜਿਵੇਂ-ਜਿਵੇਂ ਆਪਾਂ ਅੱਗੇ ਦੀ ਅੱਗੇ ਜਾਵਾਂਗੇ, ਤਾਂ ਲੋਕ ਨੇਚਰ ਤੋਂ ਬਹੁਤ ਦੂਰ ਹੁੰਦੇ ਗਏ, ਜਿਉਂ-ਜਿਉਂ ਲੋਕ ਡਿਵੈਲਪ ਹੁੰਦੇ ਗਏ। ਤਾਂ ਜੇ ਆਪਾਂ ਦੇਖੀਏ ਕਿ ਇਹ ਲੋਕ ਜਿਹੜੇ ਪੂਜਾ ਕਰਦੇ ਸੀ, ਉਹ ਕਰਦੇ ਸੀ ਪ੍ਰੋਟੋ ਸ਼ਿਵਾ, ਜਿਹਨੂੰ ਆਪਾਂ ਪਸ਼ੂਪਤੀ ਮਹਾਰਾਜ ਕਹਿ ਦਿੰਦੇ ਹਾਂ, ਸ਼ਿਵਜੀ ਮਹਾਰਾਜ, ਠੀਕ ਹੈ ਜੀ, ਸ਼ਿਵਜੀ ਮਹਾਰਾਜ ਦੀ ਪੂਜਾ ਕਰਦੇ ਸੀ ਇਹ, ਪ੍ਰੋਟੋ ਸ਼ਿਵਾ ਦੀ, ਪਸ਼ੂਪਤੀ ਕਹਿੰਦੇ ਸੀ ਇਹ, ਅਤੇ ਇੱਕ ਇਹ ਮਦਰ ਗੋਡੈਸ ਦੀ ਪੂਜਾ ਕਰਦੇ ਸੀ, ਮਾਤਾ ਦੀ ਪੂਜਾ ਕਰਦੇ ਸੀ। ਇਹ ਵੀ ਤੁਸੀਂ ਯਾਦ ਰੱਖਣਾ, ਕਿਉਂਕਿ ਉਸ ਟਾਈਮ 'ਤੇ ਅਵਸ਼ੇਸ਼ ਮਿਲੇ ਨੇ, ਸ਼ਿਵਲਿੰਗ ਮਿਲੇ ਨੇ, ਠੀਕ ਹੈ ਜੀ, ਕਈ ਮੂਰਤੀਆਂ ਮਿਲੀਆਂ ਨੇ, ਕਈ ਸਿੱਕੇ, ਮਤਲਬ ਜਾਂ ਕੁਛ ਵੀ ਇਹੋ ਜਿਹਾ ਕੁਛ ਮਿਲਿਆ ਹੈਗਾ। ਤਾਂ ਅੱਗੇ ਆਪਾਂ ਇਹ ਚੀਜ਼ ਬਾਰੇ ਪੜ੍ਹਾਂਗੇ। ਪ੍ਰੋਟੋ ਸ਼ਿਵਾ, ਪਸ਼ੂਪਤੀ ਮਹਾਰਾਜ ਦੀ ਹੀ ਪੂਜਾ ਕਰਦੇ ਸੀ। ਪੂਜਾ ਦਾ ਮਤਲਬ ਕਿੱਥੋਂ ਕਨਸੈਪਟ ਮਿਲਿਆ ਆਪਾਂ ਨੂੰ, ਕਿਉਂਕਿ ਅੱਗ ਦੀ ਬੇਦੀ ਹੁੰਦੀ ਹੈ, ਜਿਹਦੇ ਵਿੱਚ ਪੰਡਤ ਜਦੋਂ ਆਪਾਂ ਹਵਨ ਕਰਦੇ ਹਾਂ ਉਹ ਅੱਗੇ ਰੱਖ ਕੇ ਜਿਹਦੇ ਵਿੱਚ ਅੱਗ ਪਾਉਂਦੇ ਨੇ, ਤਾਂ ਉਹ ਬੇਦੀ ਵੀ ਕਈ ਜਗ੍ਹਾ 'ਤੇ ਮਿਲੀ ਹੈ, ਠੀਕ ਹੈ ਜੀ। ਕਈ ਜਗ੍ਹਾ 'ਤੇ ਉਹ ਬਣਾਈ ਹੋਈ ਮਿਲੀ ਹੈ ਅਤੇ ਕਈ ਜਗ੍ਹਾ 'ਤੇ ਵੈਸੇ ਉਹ ਮਿਲੀ ਹੈ ਬੇਦੀ, ਠੀਕ ਹੈ ਜੀ। ਤਾਂ ਮਦਰ ਗੋਡੈਸ ਅਤੇ ਪਸ਼ੂਪਤੀ ਦੀ ਇਹ ਪੂਜਾ ਕਰਦੇ ਸੀ, ਅਤੇ ਪੀਪਲ ਟਰੀ ਦੀ ਇਹ ਪੂਜਾ ਕਰਦੇ ਸੀ। ਆਲਸੋ ਬੁੱਲ ਆਲਸੋ ਵਰਸ਼ਿਪਡ, ਤਾਂ ਬੁੱਲ ਦੀ ਪੂਜਾ ਕਰਦੇ। ਇੱਕ ਯੂਨੀਕੋਰਨ ਦੀ ਇਹ ਪੂਜਾ ਕਰਦੇ ਸੀ, ਯੂਨੀਕੋਰਨ, ਇਹ ਵੀ ਤੁਸੀਂ ਨੋਟ ਕਰ ਲਿਓ, ਯੂਨੀਕੋਰਨ ਮਤਲਬ ਇੱਕ ਘੋੜੇ ਟਾਈਪ ਹੁੰਦਾ ਹੈਗਾ, ਯੂਨੀਕੋਰਨ ਦੀ ਇਹ ਪੂਜਾ ਕਰਦੇ ਸੀ। ਤਾਂ ਪੀਪਲ ਟਰੀ ਹੋ ਗਿਆ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਦੀ ਇਹ, ਜਿਵੇਂ ਆਪਾਂ ਨੇਚਰ ਕਹਿ ਸਕਦੇ ਹਾਂ, ਇਹਨਾਂ ਦੀ ਇਹ ਪੂਜਾ ਕਰਦੇ ਸੀ, ਇਹ ਤੁਸੀਂ ਯਾਦ ਰੱਖਣਾ। ਤਾਂ ਇਹਨਾਂ ਦੇ ਅਵਸ਼ੇਸ਼ ਮਿਲੇ ਨੇ, ਤਾਂ ਤੁਸੀਂ ਇਹ ਚੀਜ਼ ਤੁਹਾਡੇ ਮਾਈਂਡ ਦੇ ਵਿੱਚ ਆਊਗਾ ਕਿ ਇਹ ਚੀਜ਼ਾਂ ਆਪਾਂ ਨੂੰ ਪਤਾ ਕਿਵੇਂ ਨੇ, ਤਾਂ ਇਹਨਾਂ ਦੇ ਅਵਸ਼ੇਸ਼ ਮਿਲੇ ਨੇ, ਠੀਕ ਹੈ ਜੀ। ਇਤਿਹਾਸਕਾਰਾਂ ਨੇ ਇਹ ਚੀਜ਼ਾਂ ਸਿੱਧ ਕੀਤੀਆਂ ਹੋਈਆਂ, ਤਾਂ ਕਰਕੇ ਇਹ ਆਪਾਂ ਪੜ੍ਹ ਰਹੇ ਹਾਂ ਅੱਜ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਸਟਰੀਟਸ ਆਰ ਗ੍ਰਿਡ ਪੈਟਰਨ। ਗ੍ਰਿਡ ਪੈਟਰਨ ਕੀ ਹੁੰਦਾ ਹੈਗਾ? ਗ੍ਰਿਡ ਪੈਟਰਨ ਹੁੰਦਾ ਇਹ, ਮਤਲਬ ਜਿਵੇਂ ਆਪਾਂ ਸਮਕੋਣ 'ਤੇ ਆਪਾਂ ਕਹੀਏ ਕਿ ਜਿਵੇਂ ਚੰਡੀਗੜ੍ਹ ਦਾ ਆਪਾਂ ਕਹਿੰਦੇ ਹਾਂ ਕਿ ਸੈਕਟਰਾਂ ਦੇ ਵਿੱਚ ਚੰਡੀਗੜ੍ਹ ਵੰਡਿਆ ਹੋਇਆ, ਤਾਂ ਸੈਕਟਰਾਂ ਦੇ ਵਿੱਚ ਵੰਡਿਆ ਹੋਇਆ ਸੀ ਇਹ ਚੀਜ਼, ਠੀਕ ਹੈ। ਸੈਕਟਰਾਂ ਵਾਲਾ ਸਿਸਟਮ ਸੀ ਇਹਨਾਂ ਦਾ, ਗ੍ਰਿਡ ਪੈਟਰਨ ਸੀ। ਜਿਹੜੀਆਂ ਗਲੀਆਂ ਸੀ ਉਹ ਸਮਕੋਣ 'ਤੇ ਕੱਟਦੀਆਂ ਸੀ ਇੱਕ ਦੂਸਰੇ ਨੂੰ। ਇਹ ਨਹੀਂ ਕਿ ਮਤਲਬ ਕੋਈ ਮਤਲਬ ਐਵੇਂ ਇਹ ਫਾਲਤੂ ਸਿਸਟਮ ਦੇ ਨਾਲ ਇਹ ਆਪਣੇ ਸ਼ਹਿਰ ਬਣਾਉਂਦੇ ਸੀ। ਤਾਂ ਕਰਕੇ ਇਹਨੂੰ ਕਹਿੰਦੇ ਆ ਕਿ ਇਹ ਟਾਊਨ ਪਲੈਨਿੰਗ ਦੇ ਲਈ ਇਹ ਸੱਭਿਅਤਾ ਬਹੁਤ ਜਾਣੀ ਜਾਂਦੀ ਹੈ, ਕਿਉਂਕਿ ਇੰਨੇ 100 ਸਾਲ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਿੰਨਾ ਮਤਲਬ ਟਾਈਮ ਬੀਤਣ ਤੋਂ ਬਾਅਦ ਆਪਾਂ ਅੱਜ ਇਹਨਾਂ ਨੂੰ ਪੜ੍ਹ ਰਹੇ ਹਾਂ, ਅਤੇ ਉਸ ਟਾਈਮ 'ਤੇ ਇਹ ਲੋਕ ਕਿੰਨੇ ਡਿਵੈਲਪਡ ਸੀ, ਕਿੰਨੇ ਇਹਨਾਂ ਦੇ ਦਿਮਾਗ ਸੀ, ਠੀਕ ਹੈ ਜੀ। ਤਾਂ ਗ੍ਰਿਡ ਪੈਟਰਨ ਇਹਨਾਂ ਨੇ ਸਟਰੀਟ ਦਾ ਜਿਹੜਾ ਉਹ ਯੂਜ਼ ਕੀਤਾ ਹੋਇਆ। ਡਰੇਨੇਜ ਸਿਸਟਮ ਇਹਨਾਂ ਦਾ ਬਹੁਤ ਕਮਾਲ ਦਾ ਸੀ, ਠੀਕ ਹੈ ਜੀ, ਵੈਲ ਪਲੈਨਡ ਸੀਗਾ, ਕਿਉਂਕਿ ਡਰੇਨੇਜ ਸਿਸਟਮ ਜਿਹੜਾ ਇਹਨਾਂ ਦਾ ਸੀਵਰੇਜ ਸਿਸਟਮ ਸੀਗਾ, ਜਿਹੜਾ ਪਾਣੀ ਦੀ ਨਿਕਾਸੀ ਇਹਨਾਂ ਦੀ ਹੁੰਦੀ ਸੀ, ਉਹ ਬਿਲਕੁਲ ਢੱਕ ਕੇ ਰੱਖਦੇ ਸੀ ਉਹਨੂੰ, ਤਾਂ ਕਰਕੇ ਮੱਛਰ ਪੈਦਾ ਨਾ ਹੋ ਸਕੇ, ਠੀਕ ਹੈ। ਇਹਨਾਂ ਨੂੰ ਲੋਕਾਂ ਨੂੰ ਇੰਨੀ ਵੀ ਨੌਲੇਜ ਸੀ ਕਿ ਇਹਦੇ ਨਾਲ ਬਿਮਾਰੀਆਂ ਲੱਗਦੀਆਂ, ਮੱਛਰ ਪੈਦਾ ਹੁੰਦਾ, ਠੀਕ ਹੈ ਜੀ। ਇੱਕ ਚੀਜ਼ ਹੋਰ, ਜਿਹੜਾ ਇਹਨਾਂ ਦਾ ਡਰੇਨੇਜ ਸਿਸਟਮ ਸੀ, ਤਾਂ ਹਿਸਟੋਰੀਅਨ ਨੇ ਇਹ ਸਿੱਧ ਕੀਤਾ ਕਿ ਸਾਰੀਆਂ ਜਿਹੜੀਆਂ ਜਿੰਨਾ ਵੀ ਇਹਨਾਂ ਦਾ ਡਰੇਨੇਜ ਸਿਸਟਮ ਸੀ, ਇਹਨਾਂ ਲੋਕਾਂ ਦਾ ਇੰਨਾ ਦਿਮਾਗ ਸੀ ਕਿ ਇਹ ਅਰੇਬੀਅਨ ਸੀ ਵੱਲ ਉਹਦਾ ਮਤਲਬ ਜਿਹੜਾ ਫਲੋ ਹੈ ਉਹ ਰੱਖਦੇ ਸੀ ਕਿ ਇਹ ਜਾ ਕੇ ਅਰੇਬੀਅਨ ਸੀ ਦੇ ਵਿੱਚ ਡਿੱਗੇ, ਠੀਕ ਹੈ ਜੀ। ਤਾਂ ਇੰਨੀ ਇਹਨਾਂ ਨੂੰ ਨੌਲੇਜ ਸੀ ਲੋਕਾਂ ਨੂੰ। ਗਲੀਆਂ ਗ੍ਰਿਡ ਸਿਸਟਮ ਸੀਗਾ, ਅਤੇ ਡਰੇਨੇਜ ਸਿਸਟਮ ਇਹਨਾਂ ਦਾ ਬਹੁਤ ਕਮਾਲ ਦਾ ਸੀ। ਇੱਕ ਜੇਕਰ ਤੁਹਾਨੂੰ ਇਹਨਾਂ ਦੀ ਸਕ੍ਰਿਪਟ ਪੁੱਛਿਆ ਜਾਵੇ, ਲਿਪੀ ਇਹ ਲੋਕਾਂ ਦੀ, ਤਾਂ ਇਸ ਟਾਈਮ 'ਤੇ ਵੀ ਇਤਿਹਾਸਕਾਰਾਂ ਨੂੰ ਅਵਸ਼ੇਸ਼ ਮਿਲੇ ਨੇ। ਸਕ੍ਰਿਪਟ ਇੱਥੋਂ ਦੀ ਮਿਲੀ ਹੈ, ਮਤਲਬ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸਕ੍ਰਿਪਟ ਇਹਨਾਂ ਦੀ ਹੈ। ਪਿਕਟੋਗ੍ਰਾਫੀ ਮਤਲਬ ਇਹਨਾਂ ਨੇ ਫੋਟੋਆਂ ਛਾਪੀਆਂ ਹੋਈਆਂ ਨੇ, ਫੋਟੋਆਂ ਦੇ ਅਕੋਰਡਿੰਗ ਇਹ ਲੋਕ, ਇਹਨਾਂ ਦੀ ਇੱਕ ਲਿਪੀ ਮਿਲੀ ਹੈ ਪਿਕਟੋਗ੍ਰਾਫੀ, ਜਿਹਨੂੰ ਕਿ ਇਤਿਹਾਸਕਾਰ ਬਾਈਫਰਕੇਟ ਨਹੀਂ ਕਰ ਪਾਏ, ਤਾਂ ਕਰਕੇ ਇਹਨੂੰ ਪ੍ਰੋਟੋ ਹਿਸਟਰੀ ਦਾ ਨਾਮ ਵੀ ਦਿੱਤਾ ਗਿਆ ਹੈਗਾ। ਪ੍ਰੋਟੋ ਹਿਸਟਰੀ ਇਹਨੂੰ ਕਿਹਾ ਜਾਂਦਾ ਹੈ। ਜਿਹੜੀ ਚੀਜ਼ ਆਪਾਂ ਨੂੰ ਲੱਭ ਤਾਂ ਗਈ, ਬਟ ਇਹਨੂੰ ਆਪਾਂ ਬਾਈਫਰਕੇਟ ਨਹੀਂ ਕਰ ਸਕਦੇ, ਠੀਕ ਹੈ ਜੀ। ਇਹਨਾਂ ਨੂੰ ਅੱਜ ਤੱਕ ਇਤਿਹਾਸਕਾਰ ਸਮਝ ਨਹੀਂ ਪਾਏ ਕਿ ਇਹਨਾਂ ਨੇ ਲਿਖਿਆ ਕੀ ਹੈ। ਤਾਂ ਸਕ੍ਰਿਪਟ ਹੈ ਜਿਹੜੀ ਇਹਨਾਂ ਦੀ ਪਿਕਟੋਗ੍ਰਾਫੀ ਹੈ, ਤੁਸੀਂ ਯਾਦ ਰੱਖਿਓ, ਬਹੁਤ ਪੁੱਛਿਆ ਜਾਂਦਾ ਇਹ। ਤਾਂ ਇਹ ਬਹੁਤ ਡੀਪਲੀ, ਬਹੁਤ ਮੋਡਰੇਟ ਲੈਵਲ ਦਾ ਸਵਾਲ ਹੈ,
ਤੇ ਤੁਹਾਨੂੰ ਪੁੱਛਿਆ ਜਾਊਗਾ ਪਿਕਟੋਗ੍ਰਾਫੀ ਇਹ ਯੂਜ਼ ਕਰਦੇ ਸੀ। ਇਹਦੇ ਵਿੱਚੋਂ ਜਿਹੜੇ ਤੁਹਾਨੂੰ ਕਾਮਨ ਜੇ ਕੁਐਸਚਨ ਪੁੱਛੇ ਜਾਂਦੇ ਹੁੰਦੇ ਨੇ, ਜਿਵੇਂ ਕਿ ਮੋਸਟ ਪੋਪੂਲੇਟਡ ਸਾਈਟ, ਜਿੱਥੇ ਸਭ ਤੋਂ ਵੱਧ ਜਨਸੰਖਿਆ ਰਹਿੰਦੀ ਸੀ, ਉਹ ਰਹਿੰਦੀ ਸੀ ਦੈਮਾਬਾਦ ਦੇ ਵਿੱਚ। ਠੀਕ ਹੈ ਜੀ, ਦੈਮਾਬਾਦ ਕਿੱਥੇ? ਮਹਾਰਾਸ਼ਟਰ, ਜਿਹੜਾ ਬਿਲਕੁਲ ਆਪਾਂ ਸਾਊਥ ਦੇ ਵਿੱਚ ਪੜ੍ਹਿਆ। ਠੀਕ ਹੈ ਜੀ, ਸਾਊਥ ਦੇ ਵਿੱਚ ਦੈਮਾਬਾਦ ਹੈ, ਜਿੱਥੇ ਗੋਦਾਵਰੀ ਨਦੀ ਵਹਿੰਦੀ ਹੈ। ਤਾਂ ਦੈਮਾਬਾਦ ਦੇ ਵਿੱਚ ਬਹੁਤ ਜਨਸੰਖਿਆ ਹੈ, ਮੋਸਟ ਪੋਪੂਲੇਟਡ ਸਾਈਟ ਹੈ ਇਹਦੀ ਦੈਮਾਬਾਦ। ਠੀਕ ਹੈ, ਤੁਹਾਨੂੰ ਪੁੱਛਿਆ ਜਾਊਗਾ ਬਿਗ ਸਿਟੀ ਜਾਂ ਮਾਡਰਨ ਸਿਟੀ, ਸਭ ਤੋਂ ਮਾਡਰਨ ਸ਼ਹਿਰ ਜਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਹੜਾ, ਉਹ ਹੈ ਮੋਹਨਜੋਦਾੜੋ। ਠੀਕ ਹੈ ਜੀ, ਮੋਹਨਜੋਦਾੜੋ ਦੇ ਵਿੱਚ ਤੁਹਾਨੂੰ ਬਹੁਤ ਕੁਝ ਆਪਾਂ ਨੂੰ ਮਿਲੂਗਾ, ਤਾਂ ਉਹ ਆਪਾਂ ਅੱਗੇ ਪੜ੍ਹਾਂਗੇ ਇੱਕ ਇੱਕ ਸ਼ਹਿਰ ਇਹਦਾ। ਤਾਂ ਮੋਹਨਜੋਦਾੜੋ ਇਹ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਮਾਡਰਨ ਹੈ। ਠੀਕ ਹੈ ਜੀ, ਬਿਲਕੁਲ ਵਿਕਸਿਤ ਹੈ, ਪੂਰਾ ਮਾਡਰਨ ਹੈ। ਤਾਂ ਬਿਗ ਸਾਈਟ, ਸਭ ਤੋਂ ਬਿਗ ਸਾਈਟ, ਜੇਕਰ ਬਿਗ ਸ਼ਹਿਰ ਪੁੱਛਿਆ ਜਾਵੇ ਤਾਂ ਮੋਹਨਜੋਦਾੜੋ ਹੈ। ਜੇਕਰ ਬਿਗ ਸਾਈਟ ਪੁੱਛਿਆ ਜਾਵੇ ਤਾਂ ਰਾਖੀਗੜ੍ਹੀ ਹੈ। ਰਾਖੀਗੜ੍ਹੀ ਕਿੱਥੇ ਹੈ? ਹਰਿਆਣਾ, ਹਿਸਾਰ ਦੇ ਵਿੱਚ ਅੱਜ ਵੀ ਇਹਦੀ ਖੁਦਾਈ ਕਹਿੰਦੇ ਆ ਕਿ ਉਹ ਚੱਲ ਰਹੀ ਹੈ। ਠੀਕ ਹੈ ਜੀ, ਤਾਂ ਸਭ ਤੋਂ ਵੱਡਾ ਇਲਾਕਾ ਰਾਖੀਗੜ੍ਹੀ, ਬਿਗ ਸਾਈਟ, ਜੇ ਤੁਹਾਨੂੰ ਪੁੱਛਿਆ ਜਾਊਗਾ। ਟਰੇਡ ਇਹ ਲੋਕ ਕਿਹਦੇ ਨਾਲ ਕਰਦੇ ਸੀ? ਮੈਸੋਪੋਟਾਮੀਆ, ਈਰਾਨ ਦੇ ਨਾਲ। ਠੀਕ ਹੈ ਜੀ, ਮੈਸੋਪੋਟਾਮੀਆ ਦੇ ਨਾਲ ਇਹ ਆਪਣਾ ਵਪਾਰ ਕਰਦੇ ਸੀ। ਤਾਂ ਇਹ ਸਾਰੇ ਜਿਹੜੇ ਕਾਮਨ ਜੇ ਪੁਆਇੰਟ ਹੈ ਇਹ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਹੁਣ ਆਪਾਂ ਇਹਦੇ ਇੱਕ ਇੱਕ ਸ਼ਹਿਰ ਬਾਰੇ ਆਪਾਂ ਕਵਰ ਕਰਾਂਗੇ, ਜਿੱਥੋਂ ਤੁਹਾਨੂੰ ਕੁਐਸਚਨ ਅਕਸਰ ਹੀ ਪੁੱਛੇ ਜਾਂਦੇ ਨੇ ਕਿ ਇਹ ਚੀਜ਼ ਕਿੱਥੋਂ ਮਿਲੀ ਹੈ। ਠੀਕ ਹੈ ਜੀ, ਤਾਂ ਉਹ ਤੁਹਾਨੂੰ ਆਪਾਂ ਇੱਕ ਇੱਕ ਚੀਜ਼ ਆਪਾਂ ਤੁਹਾਡੀ ਕਵਰ ਕਰਵਾਵਾਂਗੇ। ਸਭ ਤੋਂ ਪਹਿਲਾ ਜਿਹੜਾ ਸ਼ਹਿਰ ਹੈ ਉਹ ਹੈ ਹੜੱਪਾ। ਹੜੱਪਾ ਦੀ ਜਿਹੜੀ ਖੁਦਾਈ ਹੋਈ ਉਹ ਹੋਈ 1921 ਦੇ ਵਿੱਚ। ਠੀਕ ਹੈ ਜੀ, 1921 ਦੇ ਵਿੱਚ ਜਿਹੜਾ ਇਹਨੂੰ ਲੱਭਣ ਵਾਲਾ ਜਿਹੜਾ ਸ਼ਖਸ ਹੈ ਜਿਹਨੇ ਪਹਿਲੀ ਵਾਰੀ ਦੀ ਖੁਦਾਈ ਕਰਵਾਈ ਉਹ ਹੈ ਦਇਆਰਾਮ ਸਾਹਨੀ। ਦਇਆਰਾਮ ਸਾਹਨੀ ਨੇ ਇਹ ਚੀਜ਼ ਸਟਾਰਟ ਕੀਤੀ ਹੈ। ਠੀਕ ਹੈ ਜੀ, ਇਸ ਤੋਂ ਪਹਿਲਾਂ ਇਤਿਹਾਸਕਾਰਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਸੀ, ਤਾਂ ਦਇਆਰਾਮ ਸਾਹਨੀ ਨੇ ਇਹਦੀ ਸ਼ੁਰੂਆਤ ਕੀਤੀ ਹੈ। ਹੜੱਪਾ ਤੋਂ ਉਹਦੀ ਸ਼ੁਰੂਆਤ ਹੋਈ ਹੈ, ਤਾਂ ਕਰਕੇ ਇਹਨੂੰ ਹੜੱਪਨ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ। ਹੜੱਪਨ ਇਹਨੂੰ ਕਿਉਂ ਕਿਹਾ ਜਾਂਦਾ? ਕਿਉਂਕਿ ਇਹਦਾ ਜਿਹੜਾ ਖੁਦਾਈ ਵਾਲਾ ਪਹਿਲਾ ਸ਼ਹਿਰ ਹੈ ਉਹ ਹੈ ਹੀ ਹੜੱਪਾ, ਤਾਂ ਕਰਕੇ ਇਹਨੂੰ ਹੜੱਪਨ ਸਿਵਲਾਈਜੇਸ਼ਨ ਵੀ ਕਹਿ ਦਿੰਦੇ ਨੇ, ਇੰਡਸ ਵੈਲੀ ਸਿਵਲਾਈਜੇਸ਼ਨ। ਠੀਕ ਹੈ ਜੀ, ਤਾਂ ਇੱਥੋਂ ਤੁਹਾਡਾ ਇੱਕ ਹੋਰ ਸਵਾਲ ਬਣਦਾ ਹੈ ਕਿ ਹੜੱਪਨ ਸਿਵਲਾਈਜੇਸ਼ਨ ਦੇ ਨਾਲ ਕਿਹੜੀ ਸੱਭਿਅਤਾ ਜਾਣੀ ਜਾਂਦੀ ਹੈ? ਤਾਂ ਇੰਡਸ ਵੈਲੀ ਸਿਵਲਾਈਜੇਸ਼ਨ। ਤਾਂ 1921 ਦੇ ਵਿੱਚ ਇਹਦੀ ਖੁਦਾਈ ਹੋਈ। ਕਿਹਨੇ ਖੁਦਾਈ ਕਰਵਾਈ? ਦਇਆਰਾਮ ਸਾਹਨੀ ਨੇ। ਤੁਹਾਨੂੰ ਪੁੱਛਿਆ ਜਾਊਗਾ। ਇਹ ਪਹਿਲਾ ਸ਼ਹਿਰ ਹੈ, ਤਾਂ ਕਰਕੇ ਇਹਨੂੰ ਹੜੱਪਨ ਸਿਵਲਾਈਜੇਸ਼ਨ ਕਿਹਾ ਜਾਂਦਾ। ਖੁਦਾਈ ਹੋਣ ਵਾਲਾ ਪਹਿਲਾ ਸ਼ਹਿਰ ਹੈ ਹੜੱਪਾ, ਇਹ ਤੁਹਾਨੂੰ ਪੁੱਛਿਆ ਜਾਊਗਾ। ਇਹ ਸ਼ਹਿਰ ਦੀ ਤੁਹਾਨੂੰ ਲੋਕੇਸ਼ਨ ਪੁੱਛੀ ਜਾ ਸਕਦੀ ਹੈ ਕਿ ਇਹ ਸ਼ਹਿਰ ਕਿੱਥੇ ਹੈ, ਤਾਂ ਇਹ ਸ਼ਹਿਰ ਹੈ ਆਪਣਾ ਪਾਕਿਸਤਾਨ ਦੇ ਵਿੱਚ। ਜ਼ਿਲ੍ਹਾ ਇਹਨੂੰ ਕਿਹੜਾ ਪੈਂਦਾ? ਮੌਂਟਗੋਮਰੀ ਜ਼ਿਲ੍ਹਾ ਇਹਨੂੰ ਪੈਂਦਾ ਹੈਗਾ ਐਟ ਏ ਟਾਈਮ। ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦਾ ਵੀ। ਤਾਂ ਰਿਵਰ ਇੱਥੇ ਕਿਹੜੀ ਵਹਿੰਦੀ ਹੈ? ਰਾਵੀ ਨਦੀ ਇੱਥੇ ਵਹਿੰਦੀ ਹੈ। ਠੀਕ ਹੈ ਜੀ, ਤਾਂ ਇੱਕ ਇੱਕ ਫੈਕਟ ਜਿੰਨੇ ਵੀ ਤੁਹਾਡੇ ਹੋਏ ਆਪਾਂ ਇੱਕ ਇੱਕ ਸ਼ਹਿਰ ਦੇ ਨਾਲ ਰਿਲੇਟਡ ਆਪਾਂ ਕਵਰ ਕਰਵਾਵਾਂਗੇ। ਤਾਂ ਇੱਥੇ ਕਿਹੜੀ ਚੀਜ਼ ਮਿਲੀ ਹੈ? ਫੂਡ ਗ੍ਰੇਨ, ਅੰਨ ਭੰਡਾਰ ਜਿਹਨੂੰ ਆਪਾਂ ਕਹਿੰਦੇ ਹਾਂ। ਅੰਨ ਭੰਡਾਰ ਤਾਂ ਮਤਲਬ ਇੱਕ ਕਾਮਨ ਚੀਜ਼ ਹੈ ਜਿਹੜਾ ਹਰ ਕਿਤੋਂ ਮਿਲਿਆ, ਜਿੱਥੇ ਵੀ ਇਹਨਾਂ ਨੇ ਮਤਲਬ ਖੁਦਾਈ ਕਰਵਾਈ ਹੈ ਤਾਂ ਅੰਨ ਭੰਡਾਰ ਤਾਂ ਉੱਥੇ ਮਿਲੇ ਹੀ ਮਿਲਿਆ, ਕਿਉਂਕਿ ਇਹ ਲੋਕ ਅੰਨ ਨੂੰ ਸਟੋਰ ਕਰਕੇ ਰੱਖਦੇ ਸੀ, ਫੂਡ ਗ੍ਰੇਨ ਨੂੰ। ਠੀਕ ਹੈ ਜੀ, ਤਾਂ ਤਾਬੂਤ ਮਿਲੇ ਆ ਜਿਹਦੇ ਵਿੱਚ ਇਹ ਦਫਨਾਉਂਦੇ ਸੀ, ਬਿਲਕੁਲ ਪੂਰੇ ਤਰੀਕੇ ਦੇ ਨਾਲ ਇਹ ਦਫਨਾਉਂਦੇ ਸੀ ਬੰਦੇ ਨੂੰ। ਤਾਂ ਤੁਸੀਂ ਦੇਖ ਲਓ ਕਿ ਇਹ ਕਿੰਨੀ ਕੁ ਡਿਵੈਲਪਡ ਜੋ ਇੰਡਸ ਵੈਲੀ ਸਿਵਲਾਈਜੇਸ਼ਨ ਹੈ। ਤਾਂ ਜਿਹੜਾ ਬੰਦੇ ਨੂੰ ਦਫਨਾਇਆ ਜਾਂਦਾ ਸੀ ਪੂਰੇ ਤਾਬੂਤ ਦੇ ਵਿੱਚ ਜਿਹੜਾ ਉਹ ਦਫਨਾਇਆ ਜਾਂਦਾ ਸੀ। ਸਕੈਲੇਟਨ ਮਿਲੇ ਆ, ਕੰਕਾਲ ਜਿਹਨੂੰ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਫੁੱਲ ਸਿਟੀ ਮਿਲੀ ਆ, ਪੂਰੇ ਦਾ ਪੂਰਾ ਸ਼ਹਿਰ ਮਿਲਿਆ ਹੜੱਪਾ। ਠੀਕ ਹੈ ਜੀ, ਤਾਂ ਕਰਕੇ ਇਹਨੂੰ ਹੜੱਪਨ ਸਿਵਲਾਈਜੇਸ਼ਨ ਕਿਹਾ ਜਾਂਦਾ। ਜਦੋਂ ਇਹਨੂੰ ਖੋਦਿਆ ਗਿਆ ਤਾਂ ਨਾਲ ਦੀ ਨਾਲ ਜਿਹੜਾ ਉਹ ਸ਼ਹਿਰ ਪੂਰੇ ਦਾ ਪੂਰਾ ਸ਼ਹਿਰ ਉਹ ਮਿਲਿਆ। ਠੀਕ ਹੈ ਜੀ, ਇਹ ਚੀਜ਼ ਆਪਾਂ ਨੂੰ ਪੜ੍ਹਨ ਨੂੰ ਵੀ ਮਿਲਦੀ ਹੈ ਕਿ ਜਿਹੜਾ ਦਇਆਰਾਮ ਸਾਹਨੀ ਸੀ ਉੱਥੇ ਮਤਲਬ ਜਦੋਂ ਉਹਨੇ ਖੁਦਾਈ ਕਰਵਾਈ ਹੈ ਉਸ ਤੋਂ ਪਹਿਲਾਂ ਇਹ ਇੱਕ ਟ੍ਰੇਨ ਸਟੇਸ਼ਨ ਦੇ ਉੱਤੇ ਖੜ੍ਹਾ ਸੀ। ਤਾਂ ਉੱਥੋਂ ਇਹਨੂੰ ਇਹ ਡਾਊਟ ਹੋਇਆ ਕਿਵੇਂ ਨਾ ਕਿਵੇਂ ਕਿ ਉੱਥੋਂ ਇਹਨੂੰ ਕੋਈ ਚੀਜ਼ ਇਹੋ ਜਿਹੀ ਮਿਲੀ ਅਜੀਬੋ ਗਰੀਬ, ਜਿਹਦੇ ਨਾਲ ਇਹਦੇ ਮਨ ਦੇ ਵਿੱਚ ਇਹ ਆਇਆ ਕਿ ਇੱਥੋਂ ਦੀ ਖੁਦਾਈ ਕਰਵਾਈ ਜਾਵੇ ਕਿ ਇੱਥੇ ਕੋਈ ਆਪਾਂ ਨੂੰ ਹਿਸਟਰੀ ਦੇ ਨਾਲ ਜਿਹੜੀ ਸੰਬੰਧਿਤ ਹੈ ਉਹ ਚੀਜ਼ ਆਪਾਂ ਨੂੰ ਮਿਲੂਗੀ। ਤਾਂ ਕਰਕੇ ਇਹਦੀ ਖੁਦਾਈ ਹੋਈ ਹੜੱਪਾ ਸ਼ਹਿਰ ਦੀ, ਤਾਂ ਕਰਕੇ ਇਹਨੂੰ ਹੜੱਪਨ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ। ਤਾਂ ਪਹਿਲਾ ਸ਼ਹਿਰ ਹੈ ਇਹ ਖੁਦਾਈ ਹੋਣ ਵਾਲਾ, ਮੌਂਟਗੋਮਰੀ ਜ਼ਿਲ੍ਹਾ ਪਾਕਿਸਤਾਨ। ਠੀਕ ਹੈ ਜੀ, ਇਹ ਇੱਕ ਇੱਕ ਚੀਜ਼ ਤੁਸੀਂ ਸਾਰੀ ਨੋਟ ਆਪਣੀ ਕਰ ਲਿਓ। ਠੀਕ ਹੈ ਜੀ, ਤਾਂ ਮੇਨ ਚੀਜ਼ ਇੱਥੇ ਸਕੈਲੇਟਨ ਮਿਲੇ ਆ, ਪੂਰੇ ਦਾ ਪੂਰਾ ਸ਼ਹਿਰ ਮਿਲਿਆ ਹੜੱਪਾ। ਅਗਲਾ ਜਿਹੜਾ ਆਪਣਾ ਸ਼ਹਿਰ ਹੈ ਮੋਹਨਜੋਦੜੋ। ਠੀਕ ਹੈ ਜੀ, ਮੋਹਨਜੋਦੜੋ ਇਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਮੁਰਦਿਆਂ ਦਾ ਟਿੱਲਾ, ਮਾਊਂਡ ਆਫ ਡੈਡ। ਠੀਕ ਹੈ ਜੀ, ਮਾਊਂਡ ਆਫ ਡੈਡ ਵੀ ਇਹਨੂੰ ਕਿਹਾ ਜਾਂਦਾ, ਮੁਰਦਿਆਂ ਦਾ ਟਿੱਲਾ ਮੋਹਨਜੋਦੜੋ। ਠੀਕ ਹੈ ਜੀ, ਤਾਂ ਮਾਊਂਡ ਆਫ ਡੈਡ ਇਹਨੂੰ ਕਿਹਾ ਜਾਂਦਾ, ਇਹ ਵੀ ਤੁਸੀਂ ਨੋਟ ਕਰ ਲਿਓ। ਤਾਂ ਇਹ ਤੁਹਾਨੂੰ ਕੁਐਸਚਨ ਕਈ ਵਾਰ ਪੁੱਛਿਆ ਗਿਆ ਪੇਪਰਾਂ ਦੇ ਵਿੱਚ ਪ੍ਰੀਵੀਅਸ ਕਿ ਮਾਊਂਡ ਆਫ ਡੈਡ ਕਿਹਨੂੰ ਕਿਹਾ ਜਾਂਦਾ? ਮੁਰਦਿਆਂ ਦਾ ਟਿੱਲਾ। ਤਾਂ ਮੋਹਨਜੋਦੜੋ ਨੂੰ ਕਿਹਾ ਜਾਂਦਾ ਕਿਉਂਕਿ ਇਹ ਸਭ ਤੋਂ ਵੱਡਾ ਸ਼ਹਿਰ ਹੈ। ਤਾਂ ਪਹਿਲਾ ਪੁਆਇੰਟ ਹੀ ਆਪਣਾ ਇਹ ਹੈ ਕਿ ਸਭ ਤੋਂ ਵੱਡਾ ਅਤੇ ਵਿਕਸਿਤ ਡਿਵੈਲਪਡ ਸਿਟੀ ਕਿਹੜੀ ਹੈ? ਮੋਹਨਜੋਦੜੋ। ਇੱਥੋਂ ਹੀ ਇਹ ਮਤਲਬ ਲੋਕਾਂ ਨੇ ਜਿਨ੍ਹਾਂ ਨੇ ਇਹਦੀ ਖੁਦਾਈ ਕਰਵਾਈ ਹੈ, ਜਿਹੜੇ ਇਤਿਹਾਸਕਾਰ ਨੇ, ਤਾਂ ਇੱਥੋਂ ਹੀ ਪਤਾ ਲੱਗਦਾ ਕਿ ਇਹ ਜਿਹੜੀ ਸਿਵਲਾਈਜੇਸ਼ਨ ਹੈ ਬਹੁਤ ਵਿਕਸਿਤ ਸੀ, ਕਿਉਂਕਿ ਇੱਥੇ ਇਹੋ ਜਿਹੀਆਂ ਚੀਜ਼ਾਂ ਮਿਲੀਆਂ ਨੇ ਜਿਹਨੂੰ ਦੇਖ ਕੇ ਆਪਾਂ ਹੈਰਾਨ ਰਹਿ ਜਾਂਦੇ ਹਾਂ ਕਿ ਇੰਨੇ ਸਾਲ ਪਹਿਲਾਂ
ਇਹੋ ਜਿਹਾ ਕੁਛ ਆਪਾਂ ਨੂੰ ਕਿਵੇਂ ਮਿਲ ਸਕਦਾ। ਤਾਂ ਇਹ ਸ਼ਹਿਰ ਦੇ ਵਿੱਚੋਂ ਹੀ ਆਪਾਂ ਨੂੰ ਇਹ ਚੀਜ਼ਾਂ ਮਿਲੀਆਂ, ਤਾਂ ਹੀ ਆਪਾਂ ਤੁਹਾਡੇ ਅੱਗੇ ਇਹ ਫੈਕਟ ਪੇਸ਼ ਕਰ ਰਹੇ ਹਾਂ, ਕਿਉਂਕਿ ਇਹ ਮਿਲੇ ਨੇ। ਤਾਂ ਇਹਦੀ ਖੁਦਾਈ ਜਿਹੜੀ ਹੋਈ 1922 ਅਗਲੇ ਸਾਲ ਹੀ ਹੋਈ ਮੋਹਨਜੋਦਾਰੋ, ਕਿਉਂਕਿ ਫਿਰ ਨਾਲ ਦੀ ਨਾਲ ਹੀ ਜਦੋਂ ਇਹ ਚੀਜ਼ ਮਿਲਣ ਲੱਗ ਗਈ ਤਾਂ ਇਹਨਾਂ ਨੂੰ ਇਹ ਡਾਊਟ ਹੋਇਆ ਕਿ ਇਹ ਪੂਰੀ ਦੀ ਪੂਰੀ ਇੱਕ ਸੱਭਿਅਤਾ ਹੈ, ਇਹ ਇੱਕ ਟਾਊਨ ਨਹੀਂ, ਇਹ ਕਈ ਟਾਊਨ ਨੇ। ਤਾਂ ਕਰਕੇ ਇਹ ਲੋਕ ਮਤਲਬ ਇਹ ਖੁਦਾਈ ਕਰਦੇ ਰਹੇ। ਤਾਂ ਲੱਭਿਆ ਕਿਹਨੂੰ ਇਹਨੇ, R.D. ਬੈਨਰਜੀ, ਜਿਹਨੂੰ ਤੁਸੀਂ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਹੋ ਰਖਾਲ ਦਾਸ ਬੈਨਰਜੀ ਨੇ। ਰਖਾਲ ਦਾਸ ਬੈਨਰਜੀ ਨੇ ਇਹਨੂੰ ਲੱਭਿਆ ਮੋਹਨਜੋਦਾਰੋ ਸ਼ਹਿਰ ਨੂੰ। ਇਹ ਤੁਹਾਨੂੰ ਪੁੱਛਿਆ ਜਾਊਗਾ, ਫਾਊਂਡਰ ਇਹਦੇ ਬਹੁਤ ਪੁੱਛੇ ਜਾਣਗੇ, ਨੋਟ ਕਰ ਲਿਓ। ਕਿੱਥੇ ਪੈਂਦਾ ਇਹ, ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਵਿੱਚ ਪੈਂਦਾ, ਕਿਉਂਕਿ ਇਹਨੂੰ ਤਾਂ ਕਰਕੇ ਇਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਕਿਹਾ ਜਾਂਦਾ। ਸਿੰਧ ਪ੍ਰਾਂਤ ਦੇ ਵਿੱਚ ਬਹੁਤ ਸ਼ਹਿਰ ਪੈਂਦੇ ਨੇ, ਤਾਂ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਵਿੱਚ ਇਹ ਪੈਂਦਾ। ਰਿਵਰ ਇੱਥੇ ਕਿਹੜੀ ਵਹਿੰਦੀ ਹੈ, ਇੰਡਸ, ਸਿੰਧੂ ਨਦੀ ਇੱਥੇ ਵਹਿੰਦੀ ਹੈ, ਠੀਕ ਹੈ ਜੀ। ਮੋਹਨਜੋਦਾੜੋ ਦੇ ਵਿੱਚ ਮਿਲਿਆ ਕੀ ਹੈ ਇੱਥੋਂ, ਸਭ ਤੋਂ ਮਤਲਬ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੈ ਮੋਹਨਜੋਦਾੜੋ ਦੇ ਨਾਲ, ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਇੱਥੋਂ ਬਹੁਤ ਕੁਝ ਮਿਲਿਆ। ਸਭ ਤੋਂ ਪਹਿਲਾਂ ਤਾਂ ਗ੍ਰੇਟ ਬਾਥ, ਜਿਹਦੀ ਤੁਹਾਨੂੰ ਮੈਂ ਅੱਗੇ ਪਿਕਚਰ ਵੀ ਦਿਖਾਊਂਗਾ। ਸਭ ਤੋਂ ਵੱਡਾ ਇਸ਼ਨਾਨ ਘਰ ਇੱਥੇ ਮਿਲਿਆ। ਡਰੇਨੇਜ ਸਿਸਟਮ ਵੀ ਆਪਾਂ ਨੂੰ ਬਹੁਤ ਇੱਥੇ ਦੇਖਣ ਨੂੰ ਮਿਲਿਆ, ਠੀਕ ਹੈ ਜੀ। ਡਰੇਨੇਜ ਸਿਸਟਮ ਜਿਹੜਾ ਇਹਨਾਂ ਦਾ ਹੁੰਦਾ ਸੀ, ਇਹ ਵਿਚਕਾਰ ਦੀ ਮਤਲਬ ਘਰ ਦੇ ਜਿਹੜਾ ਮਤਲਬ ਵਿਚਕਾਰ ਦੀ ਕੱਢਦੇ ਸੀ ਇੱਕ ਵੱਡੀ ਖਾਈ, ਜਿਹਨੂੰ ਆਪਾਂ ਕਹਿੰਦੇ ਹਾਂ। ਪਾਣੀ ਦੀ ਨਿਕਾਸੀ ਇੱਥੋਂ ਮਿਲੀ ਹੈ ਕਿ ਕਿਵੇਂ ਕਰੀ ਇਹਨਾਂ ਨੇ। ਬਰੋਂਜ ਡਾਂਸਿੰਗ ਗਰਲ, ਇਹ ਤੁਹਾਨੂੰ ਬਹੁਤ ਵਾਰ ਪੁੱਛਿਆ ਜਾਊਗਾ, ਬਰੋਂਜ ਡਾਂਸਿੰਗ ਗਰਲ ਕਿੱਥੋਂ ਮਿਲੀ ਹੈ, ਤਾਂ ਇਹ ਵੀ ਮੋਹਨਜੋਦਾੜੋ ਤੋਂ ਮਿਲੀ ਹੈ। ਬੀਡਡ ਮੈਨ, ਦਾੜੀ ਵਾਲਾ ਆਦਮੀ, ਕਈ ਬੰਦੇ ਨੂੰ ਮੋਦੀ ਵੀ ਕਹਿ ਦਿੰਦੇ ਆ, ਕਿਉਂਕਿ ਇਹਦੀ ਸ਼ਕਲ ਤੁਸੀਂ ਦੇਖ ਲਓ ਅੱਗੇ, ਮੈਂ ਤੁਹਾਨੂੰ ਪਿਕ ਵੀ ਦਿਖਾਉਣੀ ਹੈ ਇਹਦੀ। ਦਾੜੀ ਵਾਲਾ ਆਦਮੀ ਵੀ ਇੱਥੋਂ ਮਿਲਿਆ। ਉਹ ਇੱਕ ਮਤਲਬ ਮੂਰਤੀਆਂ ਮਿਲੀਆਂ ਬਰੋਂਜ ਦੀਆਂ ਬਣੀਆਂ ਹੋਈਆਂ, ਕਾਂਸੇ ਦੀਆਂ ਬਣੀਆਂ ਮੂਰਤੀਆਂ ਇਹ, ਬੀਡਡ ਮੈਨ ਦੀ ਅਤੇ ਬਰੋਂਜ ਡਾਂਸਿੰਗ ਗਰਲ ਦੀ, ਠੀਕ ਹੈ ਜੀ। ਇੱਕ ਇੱਥੋਂ ਹੋਰ ਕੀ ਮਿਲਿਆ, ਪਸ਼ੂਪਤੀ ਸੀਲ ਮਿਲੀ ਹੈ। ਸੀਲ ਹੁੰਦੀ ਹੈ ਮੋਰ, ਪਸ਼ੂਪਤੀ ਮਤਲਬ ਜਿਹਦੇ ਸ਼ਿਵਜੀ ਮਹਾਰਾਜ ਦੀ ਇੱਕ ਪਿਕਚਰ ਛਾਪੀ ਹੋਈ ਆ, ਉਹ ਮੋਹਰ ਇੱਥੋਂ ਮਿਲੀ ਹੈ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ। ਵੈਸੇ ਇੱਥੋਂ ਜਿਹੜਾ ਪੁੱਛਿਆ ਜਾਂਦਾ ਬਰੋਂਜ ਡਾਂਸਿੰਗ ਗਰਲ ਅਤੇ ਬੀਡਡ ਮੈਨ ਅਤੇ ਇੱਕ ਦੀ ਗ੍ਰੇਟ ਬਾਥ, ਸਭ ਤੋਂ ਵੱਡਾ ਇਸ਼ਨਾਨ ਘਰ ਕਿੱਥੇ ਮਿਲਿਆ, ਤਾਂ ਮੋਹਨਜੋਦਾੜੋ ਦੇ ਵਿੱਚੋਂ ਮਿਲਿਆ, ਠੀਕ ਹੈ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅੱਗੇ ਮੈਂ ਤੁਹਾਨੂੰ ਇਹਦੀਆਂ ਪਿਕਚਰ ਦਿਖਾਉਣਾ। ਇਹ ਹੈ ਉਹ ਇਸ਼ਨਾਨ ਘਰ, ਠੀਕ ਹੈ ਜੀ। ਤਾਂ ਇਹ ਸਭ ਤੋਂ ਵੱਡਾ ਇਸ਼ਨਾਨ ਘਰ ਹੈ, ਠੀਕ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸਾਰਾ ਸ਼ਹਿਰ ਆਪਾਂ ਨੂੰ ਮਿਲਿਆ, ਠੀਕ ਹੈ ਜੀ। ਇਹ ਸਭ ਤੋਂ ਵੱਡਾ ਇਸ਼ਨਾਨ ਘਰ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਇੱਕ ਪੂਲ ਦੀ ਤਰ੍ਹਾਂ ਇਹ ਬਣਿਆ ਹੋਇਆ ਹੈਗਾ, ਠੀਕ ਹੈ ਜੀ। ਤਾਂ ਇਹ ਤੁਸੀਂ ਦੇਖ ਸਕਦੇ ਹੋ ਪਿਕਚਰ ਦੇ ਵਿੱਚ। ਤਾਂ ਇਹ ਚੀਜ਼ ਇੱਥੋਂ ਮਿਲੀ ਹੈ ਮੋਹਨਜੋਦਾੜੋ ਦੇ ਵਿੱਚੋਂ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਗੂਗਲ 'ਤੇ ਵੀ ਇਹ ਫੋਟੋ ਮਿਲ ਜਾਣਗੀਆਂ, ਠੀਕ ਹੈ ਜੀ। ਤਾਂ ਇਹ ਹੈ ਉਹ ਬੀਡਡ ਮੈਨ। ਇਹ ਸਿਰਫ ਮਤਲਬ ਇਹਨੂੰ ਬੱਚੇ ਕਈ ਮੋਦੀ ਦੇ ਨਾਲ ਰਿਲੇਟ ਕਰ ਦਿੰਦੇ ਨੇ, ਤਾਂ ਇਹ ਬੀਡਡ ਮੈਨ ਹੈ, ਠੀਕ ਹੈ ਜੀ। ਤਾਂ ਇਹ ਦਾੜੀ ਵਾਲਾ ਆਦਮੀ ਜਿਹੜਾ ਮਿਲਿਆ, ਇਹ ਦੇਖੋ ਤੁਸੀਂ ਇਹਨਾਂ ਦੀ ਮੂਰਤੀਕਾਰੀ, ਚਿੱਤਰਕਾਰੀ ਦੇਖੋ ਕਿ ਇਹ ਲੋਕਾਂ ਨੂੰ ਕਿੰਨੀ ਨੌਲੇਜ ਸੀ, ਠੀਕ ਹੈ ਜੀ। ਕਿ ਕਿੰਨੀ ਵਧੀਆ ਇਹਨਾਂ ਨੇ ਚਿੱਤਰਕਾਰੀ ਪਿਕਚਰ ਦੇ ਉੱਤੇ ਕੀਤੀ ਹੈ। ਤਾਂ ਇਹ ਉਸ ਟਾਈਮ ਦੀ ਪਿਕਚਰ ਹੈ, ਠੀਕ ਹੈ ਜੀ, ਇੰਡਸ ਵੈਲੀ ਸਿਵਲਾਈਜੇਸ਼ਨ ਵੇਲੇ ਦੀ। ਅਗਲੀ ਜਿਹੜੀ ਆਪਣੀ ਪਿਕਚਰ ਹੈ, ਇਹ ਹੈ ਬਰੋਂਜ ਡਾਂਸਿੰਗ ਗਰਲ ਹੈ ਜਿਹੜੀ, ਠੀਕ ਹੈ ਜੀ। ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊਗਾ। ਡਾਂਸਿੰਗ ਗਰਲ ਜਿਹੜੀ ਮਿਲੀ ਹੈ ਇਹ ਵੀ ਮੋਹਨਜੋਦਾੜੋ 'ਚੋਂ ਮਿਲੀ ਹੈ, ਤਾਂ ਇਹਦੇ ਬਾਰੇ ਵੀ ਤੁਹਾਨੂੰ ਪੁੱਛਿਆ ਜਾਊਗਾ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਚੀਜ਼ ਇਹ ਤੁਹਾਡੇ ਲਈ ਬਣ ਜਾਂਦੀ ਹੈ। ਤਾਂ ਇਹ ਤੁਸੀਂ ਚੀਜ਼ਾਂ ਨੋਟ ਕਰ ਲਿਓ ਜਿਹੜੀਆਂ ਆਪਾਂ ਤੁਹਾਨੂੰ ਕਰਵਾ ਰਹੇ ਹਾਂ। ਅਗਲਾ ਜਿਹੜਾ ਆਪਣਾ ਸ਼ਹਿਰ ਹੈ ਉਹ ਹੈ ਚਨਹੂਦੜੋ। ਚਨਹੂਦੜੋ ਦੀ ਜਿਹੜੀ ਖੋਜ ਹੋਈ ਉਹ ਹੋਈ 1934 ਦੇ ਵਿੱਚ, ਇਹਦੀ ਖੁਦਾਈ ਕਰਵਾਈ ਗਈ, ਠੀਕ ਹੈ ਜੀ। ਤਾਂ ਇਹ ਸਾਰੇ ਸ਼ਹਿਰਾਂ ਦੀ ਖੁਦਾਈ ਮਤਲਬ ਜਿਹੜੇ ਨਾਲ ਨਾਲ ਲੱਗਦੇ ਸ਼ਹਿਰ ਨੇ ਇਹਨਾਂ ਦੀ ਵੀ ਕਰਵਾਈ ਗਈ, ਅਤੇ ਆਪਣੇ ਪੰਜਾਬ ਦੇ ਵਿੱਚ ਵੀ ਇਹਦੇ ਬਹੁਤ ਅਵਸ਼ੇਸ਼ ਮਿਲੇ ਨੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ, ਠੀਕ ਹੈ ਜੀ। ਤਾਂ ਪਾਕਿਸਤਾਨ ਦੇ ਵਿੱਚ ਇਹ ਜਿਹੜਾ ਸ਼ਹਿਰ ਹੈ ਸਿੰਧ ਪ੍ਰਾਂਤ ਦੇ ਵਿੱਚ ਹੈ, ਠੀਕ ਹੈ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ, ਫੈਸ਼ਨ ਦਾ ਸ਼ਹਿਰ ਇਹਨੂੰ ਕਿਹਾ ਜਾਂਦਾ, ਫੈਸ਼ਨ ਦਾ ਸ਼ਹਿਰ। ਤਾਂ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ, ਤੁਸੀਂ ਹੈਰਾਨ ਰਹਿ ਜਾਓਗੇ ਇਹ ਚੀਜ਼ ਦੇ ਬਾਰੇ ਸੁਣ ਕੇ, ਇਹ ਸ਼ਹਿਰ ਦੇ ਬਾਰੇ ਸੁਣ ਕੇ। ਤਾਂ ਫੈਸ਼ਨ ਦਾ ਸ਼ਹਿਰ ਇਹਨੂੰ ਤਾਂ ਕਿਉਂ ਕਿਹਾ ਜਾਂਦਾ, ਇਹ ਮੈਂ ਤੁਹਾਨੂੰ ਨੀਚੇ ਮੈਂ ਦੱਸਦਾ, ਇਹ ਫੈਕਟ ਕਲੀਅਰ ਕਰਵਾਉਣਾ। ਰਿਵਰ ਇੱਥੇ ਕਿਹੜੀ ਵਹਿੰਦੀ ਹੈ, ਸਿੰਧੂ ਨਦੀ, ਕਿਉਂਕਿ ਸਿੰਧੂ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਤਾਂ ਮੋਸਟ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਸਿੰਧੂ ਨਦੀ ਹੀ ਵਹਿੰਦੀ ਹੈ। ਤਾਂ ਇੰਡਸ ਇੱਥੇ ਰਿਵਰ ਹੈ। ਲੱਭਿਆ ਇਹਨੂੰ ਕਿਹਨੇ ਹੈ, ਗੋਪਾਲ ਮਜੂਮਦਾਰ ਨੇ। ਗੋਪਾਲ ਮਜੂਮਦਾਰ ਨੇ ਇਹਨੂੰ ਲੱਭਿਆ, ਠੀਕ ਹੈ ਜੀ। ਤਾਂ ਇੱਕ ਇੱਕ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਕਦੋਂ ਖੁਦਾਈ ਕਰਵਾਈ ਹੈ, ਕਿਹਨੇ ਕਰਵਾਈ ਹੈ, ਕਿਹੜੀ ਨਦੀ ਵਹਿੰਦੀ ਹੈ, ਕਿੱਥੇ ਇਹ ਪ੍ਰਾਂਤ ਹੈ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਥੋਂ ਮਿਲਿਆ ਕੀ ਹੈ, ਤਾਂ ਇਹ ਚੀਜ਼ਾਂ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਇੱਥੇ ਬੈੱਡ ਮੇਕਿੰਗ ਫੈਕਟਰੀ ਮਿਲੀ ਹੈ, ਮਨਕਾ ਬਣਾਉਣ ਵਾਲੀ ਫੈਕਟਰੀ, ਜਿਹੜੇ ਆਪਣੇ ਮਨਕੇ ਮੋਤੀ ਬਣਾਏ ਜਾਂਦੇ ਨੇ, ਤਾਂ ਉਹ ਬਣਾਉਣ ਵਾਲੀ ਫੈਕਟਰੀ ਇੱਥੇ ਲੱਭੀ ਹੈ। ਤੁਸੀਂ ਦੇਖ ਲਓ ਕਿ ਇਹ ਲੋਕ ਫੈਸ਼ਨ ਦੇ ਨਾਲ ਵੀ ਜੁੜੇ ਹੋਏ ਲੋਕ ਸੀ, ਇਹਨਾਂ ਨੂੰ ਇੰਨੀ ਨੌਲੇਜ ਸੀ ਕਿ ਫੈਸ਼ਨ ਵੀ ਕੋਈ ਚੀਜ਼ ਹੁੰਦੀ ਹੈ, ਠੀਕ ਹੈ ਜੀ। ਤਾਂ ਇੱਥੋਂ ਪਤਾ ਲੱਗਦਾ ਕਿ ਇਹ ਬਹੁਤ ਡਿਵੈਲਪਡ ਅਤੇ ਬਹੁਤ ਅਰਬਨ ਸੱਭਿਅਤਾ ਸੀ। ਇੱਥੋਂ ਕੰਘਾ ਮਿਲਿਆ। ਕੰਘੇ ਦੇ ਨਾਲ ਤੁਹਾਨੂੰ ਮੈਂ ਰਿਲੇਟਡ ਇੱਕ ਹੋਰ ਫੈਕਟ ਦੱਸਦਾ। ਇੱਥੋਂ ਦੋ ਟਾਈਪ ਦੇ ਕੰਘੇ ਮਿਲਿਆ, ਇੱਕ ਤਾਂ ਲੱਕੜ ਦਾ ਕੰਘਾ ਹੈ ਅਤੇ ਇੱਕ ਹਾਥੀ ਦੰਦ ਦਾ ਬਣਿਆ ਹੋਇਆ ਕੰਘਾ ਹੈ, ਠੀਕ ਹੈ ਜੀ। ਤਾਂ ਇੱਥੋਂ ਕੀ ਸਿੱਧ ਹੁੰਦਾ ਕਿ ਅਮੀਰ ਗਰੀਬ ਦਾ ਜਿਹੜਾ ਕਨਸੈਪਟ ਹੈ ਉਹ ਵੀ ਮਤਲਬ ਉਸ ਟਾਈਮ 'ਤੇ ਸੀ, ਕਿ ਜਿਹੜੇ ਅਮੀਰ ਬੰਦੇ ਸੀ ਉਹ ਹਾਥੀ ਦੰਦ ਦਾ ਬਣਿਆ ਜਿਹੜਾ ਕੰਘਾ ਹੈ ਉਹ ਯੂਜ਼ ਕਰਦੇ ਸੀ, ਜਿਹੜੇ ਗਰੀਬ ਬੰਦੇ ਸੀ ਉਹ ਲੱਕੜ ਦਾ ਕੰਘਾ ਯੂਜ਼ ਕਰਦੇ ਸੀ। ਦੇਖ ਲਓ ਤੁਸੀਂ, ਤਾਂ ਉਸ ਟਾਈਮ 'ਤੇ ਇਹ ਕੁਛ ਵੀ ਸੀ। ਤਾਂ ਕੌਂਬ ਵੀ ਇੱਥੋਂ ਮਿਲਿਆ। ਲਿਪਸਟਿਕ ਇੱਥੋਂ ਮਿਲੀ ਹੈ, ਇੱਕ ਸੁਰਖੀ ਜਿਹਨੂੰ ਆਪਾਂ ਕਹਿੰਦੇ ਹਾਂ।
ਲਿਪਸਟਿਕ ਮਿਲੀ ਹੈ, ਸਭ ਤੋਂ ਵੱਡੀ ਗੱਲ ਆਈਲਾਈਨਰ ਮਿਲਿਆ। ਠੀਕ ਹੈ ਜੀ, ਤਾਂ ਤੁਸੀਂ ਇਹ ਦੇਖ ਲਓ ਕਿ ਇਹ ਕਿੰਨੀ ਕੁ ਅਰਬਨ ਸੱਭਿਅਤਾ, ਕਿੰਨੀ ਕੁ ਡਿਵੈਲਪਡ ਸੱਭਿਅਤਾ ਹੋ। ਆਈਲਾਈਨਰ ਮਿਲਿਆ, ਲਿਪਸਟਿਕ ਮਿਲੀ ਹੈ, ਕੌਂਬ ਮਿਲੇ ਆ। ਠੀਕ ਹੈ ਜੀ, ਤਾਂ ਇਹਨੂੰ ਫੈਸ਼ਨ ਦਾ ਸ਼ਹਿਰ ਕਿਹਾ ਜਾਂਦਾ ਚਨਹੂਦੜੂ। ਅਗਲਾ ਜਿਹੜਾ ਆਪਣਾ ਸ਼ਹਿਰ ਹੈ ਉਹ ਹੈ ਰੋਪੜ। ਰੋਪੜ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਹੈ। 1953 ਤੋਂ 55 ਤੱਕ ਇਹਦੀ ਖੁਦਾਈ ਚੱਲੀ ਹੈ। ਪੰਜਾਬ ਦੇ ਵਿੱਚ ਇਹ ਸ਼ਹਿਰ ਹੈ। ਅਤੇ ਲੱਭਣ ਵਾਲਾ ਕੌਣ ਹੈ ਇਹਨੂੰ? ਯਗਦੱਤ ਸ਼ਰਮਾ, YD ਸ਼ਰਮਾ, ਜਿਹਨੂੰ ਤੁਸੀਂ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਹੋ। ਯਗਦੱਤ ਸ਼ਰਮਾ ਨੇ ਇਹਨੂੰ ਲੱਭਿਆ। ਰਿਵਰ ਇੱਥੇ ਕਿਹੜੀ ਵਹਿੰਦੀ ਹੈ? ਸਤਲੁਜ। ਠੀਕ ਹੈ ਜੀ, ਸਤਲੁਜ ਨਦੀ ਇੱਥੇ ਵਹਿੰਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ, ਨਦੀ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ, ਕਈ ਵਾਰੀ ਪੁੱਛ ਲੈਂਦੇ ਨੇ। ਹਰ ਇੱਕ ਫੈਕਟ ਤੁਹਾਨੂੰ ਪਤਾ ਹੋਣਾ ਚਾਹੀਦਾ। ਮਿਲਿਆ ਕੀ ਹੈ ਇੱਥੋਂ? ਇੱਥੋਂ ਕੁਛ ਖਾਸ ਤਾਂ ਨਹੀਂ ਮਿਲਿਆ, ਬਟ ਇੱਕ ਇੱਥੋਂ ਬਹੁਤ ਵੱਡੀ ਚੀਜ਼ ਇਹ ਆਪਾਂ ਕਹਿ ਸਕਦੇ ਹਾਂ ਕਿ ਮਿਲੀ ਹੈ। ਮੈਨ ਸਕੈਲੇਟਨ ਬਰੀਡ ਵਿਦ ਡੌਗ। ਡੌਗ ਦੇ ਮਤਲਬ ਇੱਕ ਸਕੈਲੇਟਨ ਦੇ ਨਾਲ ਬੰਦੇ ਦਾ ਸਕੈਲਟਨ ਹੈ, ਬੰਦੇ ਦੇ ਨਾਲ ਕੁੱਤੇ ਨੂੰ ਦਫਨਾਇਆ ਹੋਇਆ। ਇਹਦੇ ਬਾਰੇ ਇਤਿਹਾਸਕਾਰਾਂ ਦੇ ਮਤਭੇਦ ਨੇ ਕਿ ਕੋਈ ਕਹਿੰਦਾ ਕਿ ਉਹ ਕੁੱਤਾ ਉਹਨਾਂ ਦਾ ਦੋਸਤ ਸੀ। ਠੀਕ ਹੈ ਜੀ, ਕੁਛ ਵੀ ਮਤਲਬ ਉਹ ਇਹਨਾਂ ਵੱਲ ਤਾਂ ਆਪਾਂ ਨਹੀਂ ਜਾਣਾ, ਬਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਬੰਦੇ ਦੇ ਨਾਲ ਜਿਹੜਾ ਕੰਕਾਲ ਦਫਨਾਇਆ ਗਿਆ ਹੈਗਾ। ਠੀਕ ਹੈ ਜੀ, ਬਸ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ। ਇਤਿਹਾਸਕਾਰਾਂ ਦੇ ਮਤਭੇਦ ਨੇ ਇਹਦੇ ਬਾਰੇ ਕਿ ਕੀ ਕਾਰਨ ਹੈ। ਠੀਕ ਹੈ ਜੀ, ਤਾਂ ਅਵਸ਼ੇਸ਼ ਇੱਥੋਂ ਇਹ ਮਿਲੇ। ਅਗਲਾ ਜਿਹੜਾ ਆਪਣਾ ਸ਼ਹਿਰ ਹੈ ਉਹ ਹੈ ਲੋਥਲ। ਠੀਕ ਹੈ ਜੀ, ਲੋਥਲ ਇੱਕ ਬਹੁਤ ਇੰਪੋਰਟੈਂਟ ਸ਼ਹਿਰ ਹੈ। ਇੱਥੋਂ ਕੁਐਸਚਨ ਤੁਹਾਨੂੰ ਬਣੂਗਾ ਹੀ ਬਣੂਗਾ। 1955 ਤੋਂ 62 ਤੱਕ ਇਹਦੀ ਖੁਦਾਈ ਚੱਲੀ ਹੈ। ਕਿੱਥੇ ਹੈ ਇਹ? ਗੁਜਰਾਤ, ਅਹਿਮਦਾਬਾਦ ਦੇ ਵਿੱਚ ਹੈ ਜਿਹੜਾ ਆਪਣਾ ਲੋਥਲ ਹੈ। ਇਹਦੀ ਐਗਜ਼ੈਕਟ ਲੋਕੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਗੁਜਰਾਤ, ਅਹਿਮਦਾਬਾਦ। ਫਾਊਂਡਰ ਕੌਣ ਹੈ ਇਹਦਾ? ਲੱਭਣ ਵਾਲਾ ਰੰਗਨਾਥ ਰਾਓ। ਰੰਗਨਾਥ ਰਾਓ ਇਹਨੂੰ ਲੱਭਣ ਵਾਲਾ ਹੈ। ਠੀਕ ਹੈ ਜੀ, ਇਹਦਾ ਫਾਊਂਡਰ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਰਿਵਰ ਇੱਥੇ ਜਿਹੜੀ ਵਹਿੰਦੀ ਹੈ ਉਹ ਵਹਿੰਦੀ ਹੈ ਭੋਗਵਾ ਨਦੀ। ਠੀਕ ਹੈ ਜੀ, ਭੋਗਵਾ ਨਦੀ ਇੱਥੇ ਵਹਿੰਦੀ ਹੈ। ਮਿਲਿਆ ਕੀ ਹੈ ਇੱਥੋਂ? ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਤੁਹਾਨੂੰ ਪੁੱਛਿਆ ਜਾਊਗਾ ਉਹ ਜਾਊਗਾ ਡੌਕਯਾਰਡ। ਡੌਕਯਾਰਡ ਕੀ ਹੁੰਦਾ? ਬੰਦਰਗਾਹ, ਜਿੱਥੇ ਜਹਾਜ਼ ਕਿਸ਼ਤੀਆਂ ਆ ਕੇ ਲੱਗਦੇ ਨੇ, ਜਿਹੜਾ ਉਹਨਾਂ ਦਾ ਸਟੈਂਡ ਹੁੰਦਾ ਹੈਗਾ, ਉਹਨੂੰ ਡੌਕਯਾਰਡ ਕਹਿੰਦੇ ਨੇ। ਬੰਦਰਗਾਹ ਕਿਉਂਕਿ ਇੱਥੇ ਸਮੁੰਦਰੀ ਇਲਾਕਾ ਹੈ। ਵਰਸ਼ਿਪ ਬੇਦੀ ਮਿਲੀ ਹੈ ਇੱਥੋਂ, ਪੂਜਾ ਦੀ ਬੇਦੀ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੂਜਾ ਦਾ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਕਿ ਇਹ ਲੋਕ ਪੂਜਾ ਕਰਦੇ ਸੀ ਪਸ਼ੂਪਤੀ। ਇਹਨੂੰ ਆਪਾਂ ਨੂੰ ਸੀਲਸ ਵੀ ਮਿਲੀਆਂ ਨੇ, ਉਹਨਾਂ ਦੇ ਉੱਤੇ ਪ੍ਰੋਟੋ ਸ਼ਿਵਾ ਮਤਲਬ ਉਹਦੀ ਫੋਟੋ ਛਾਪੀ ਹੋਈ ਹੈ। ਠੀਕ ਹੈ ਜੀ, ਕਿਤੇ ਮਾਤਾ ਦੀ ਫੋਟੋ ਛਾਪੀ ਹੋਈ ਹੈ। ਠੀਕ ਹੈ ਜੀ, ਤਾਂ ਵਰਸ਼ਿਪ ਬੇਦੀ ਮਤਲਬ ਪੂਜਾ ਦੀ ਬੇਦੀ ਵੀ ਆਪਾਂ ਨੂੰ ਇੱਥੋਂ ਮਿਲੀ ਹੈ। ਐਲੀਫੈਂਟ, ਹਾਥੀ ਦੰਦ, ਮਤਲਬ ਇਹ ਹਾਥੀ ਦੰਦ ਦਾ ਬਹੁਤ ਪ੍ਰਯੋਗ ਕਰਦੇ ਸੀ, ਗਹਿਣੇ ਗੁਣੇ ਮਤਲਬ ਜੋ ਇਹ ਬਣਾਉਂਦੇ ਸੀ, ਕੰਘੇ ਕੁੰਘੇ। ਠੀਕ ਹੈ ਜੀ, ਜਿੰਨੇ ਵੀ ਇਹ ਬਣਾਉਂਦੇ ਸੀ, ਜਿੰਨੇ ਵੀ ਇਹ ਜੋ ਚੀਜ਼ਾਂ ਇਹ ਆਪਾਂ ਦੇਖ ਹੀ ਚੁੱਕੇ ਹਾਂ ਕਿ ਜੋ ਬਣਾਉਂਦੇ ਸੀ, ਤਾਂ ਐਲੀਫੈਂਟ ਟੀਥ ਵੀ ਇੱਥੋਂ ਲੱਭੇ ਹੈ। ਵਰਸ਼ਿਪ ਬੇਦੀ ਵੀ ਆਪਾਂ ਨੂੰ ਇੱਥੋਂ ਮਿਲੀ ਹੈ। ਤਾਂ ਲੋਥਲ ਦੀ ਆਪਾਂ ਗੱਲ ਕਰ ਰਹੇ ਹਾਂ। ਡੌਕਯਾਰਡ, ਡੌਕਯਾਰਡ ਦੇ ਲਈ ਇਹ ਬਹੁਤ ਫੇਮਸ ਹੈ। ਤਾਂ ਡੌਕਯਾਰਡ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਸ਼ਹਿਰ ਹੈ ਕਾਲੀਬੰਗਾ। ਠੀਕ ਹੈ ਜੀ, ਤਾਂ ਕਾਲੀਬੰਗਾ ਦੇ ਵਿੱਚ, ਕਾਲੀਬੰਗਾ ਇਹਦਾ ਨਾਮ ਜਿਹੜਾ ਟਿਕਿਆ ਉਹ ਇਸ ਕਰਕੇ ਮਤਲਬ ਹੋਇਆ ਹੈਗਾ ਕਿ ਇੱਥੋਂ ਬੰਗਾਂ ਮਿਲੀਆਂ ਨੇ ਕਾਲੀਆਂ, ਬਲੈਕ ਕਲਰ ਦੀਆਂ ਬੈਂਗਲਸ ਮਿਲੀਆਂ ਨੇ ਆਪਾਂ ਕਹਿ ਸਕਦੇ ਹਾਂ। ਤਾਂ ਇਹ ਜਿਹੜਾ ਇਲਾਕਾ ਕਿੱਥੇ ਹੈ? ਰਾਜਸਥਾਨ ਹੈ, ਇਹ ਗੰਗਾਨਗਰ ਦੇ ਵਿੱਚ। ਰਾਜਸਥਾਨ ਗੰਗਾਨਗਰ ਦੇ ਵਿੱਚ ਇਹ ਇਲਾਕਾ ਹੈ ਕਾਲੀਬੰਗਾ। ਠੀਕ ਹੈ ਜੀ, ਕਾਲੀਬੰਗਾ 1961 ਦੇ ਵਿੱਚ ਇਹਦੀ ਖੁਦਾਈ ਜਿਹੜੀ ਉਹ ਹੋਈ ਹੈ। ਠੀਕ ਹੈ ਜੀ, ਇਹਨੂੰ ਲੱਭਣ ਵਾਲੇ ਦੋ ਬੰਦੇ ਨੇ, ਬ੍ਰਿਜਵਾਸੀ ਲਾਲ ਅਤੇ ਬਾਲ ਕ੍ਰਿਸ਼ਨ ਥਾਪਰ। ਇਹ ਦੋ ਬੰਦਿਆਂ ਨੇ ਇਹਨਾਂ ਦੀ ਖੁਦਾਈ ਕਰਵਾਈ ਹੈ ਆਪਣੇ ਕਾਲੀਬੰਗਾ ਦੀ। ਠੀਕ ਹੈ ਜੀ, ਤਾਂ ਇੱਥੇ ਨਦੀ ਜਿਹੜੀ ਵਹਿੰਦੀ ਹੈ ਉਹ ਵਹਿੰਦੀ ਹੈ ਘੱਗਰ ਨਦੀ। ਠੀਕ ਹੈ ਜੀ, ਘੱਗਰ ਨਦੀ ਇੱਥੇ ਵਹਿੰਦੀ ਹੈ। ਤਾਂ ਇੱਥੋਂ ਮਿਲਿਆ ਆਪਾਂ ਨੂੰ ਕੀ ਹੈ? ਇੱਕ ਤਾਂ ਬੇਕਡ ਬੈਂਗਲਸ, ਪੱਕੀਆਂ ਹੋਈਆਂ ਜਾਂ ਮਤਲਬ ਭੁੱਜੀਆਂ ਹੋਈਆਂ ਚੂੜੀਆਂ ਆਪਾਂ ਕਹਿ ਸਕਦੇ ਹਾਂ, ਅੱਗ ਦੇ ਵਿੱਚ ਮੱਚੀਆਂ ਹੋਈਆਂ ਚੂੜੀਆਂ ਮਿਲੀਆਂ। ਅਤੇ ਇੱਕ ਇੱਥੋਂ ਪੂਜਾ ਦੀ ਬੇਦੀ ਮਿਲੀ। ਇਹ ਦੋ ਚੀਜ਼ਾਂ ਇੱਥੋਂ ਮਿਲੀਆਂ ਕਿ ਇਹ ਲੋਕ ਪੂਜਾ ਵੀ ਕਰਦੇ। ਸ਼ਿਵਲਿੰਗ ਵੀ ਮਿਲੇ ਨੇ। ਠੀਕ ਹੈ ਜੀ, ਉਹ ਵੀ ਆਪਾਂ ਅੱਗੇ ਪੜ੍ਹਾਂਗੇ ਕਿ ਕਿੱਥੋਂ ਸ਼ਿਵਲਿੰਗ ਮਿਲੇ ਨੇ ਆਪਾਂ ਨੂੰ। ਤਾਂ ਭੁੱਜੀਆਂ ਹੋਈਆਂ ਚੂੜੀਆਂ, ਬੇਕਡ ਬੈਂਗਲਸ ਅਤੇ ਪੂਜਾ ਦੀ ਬੇਦੀ, ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਸ਼ਹਿਰ ਹੈ ਉਹ ਧੋਲਾਵੀਰਾ। 1960 ਦੇ ਵਿੱਚ ਇਹਦੀ ਖੁਦਾਈ ਹੋਈ ਹੈ। ਗੁਜਰਾਤ ਦੇ ਰਨ ਆਫ ਕੱਛ ਦੇ ਵਿੱਚ ਇਹ ਪੈਂਦਾ ਹੈ। ਗੁਜਰਾਤ ਦੇ ਰਨ ਆਫ ਕੱਛ ਦੇ ਵਿੱਚ ਧੋਲਾਵੀਰਾ ਇਹਦੀ ਐਗਜ਼ੈਕਟ ਲੋਕੇਸ਼ਨ ਹੈ, ਤੁਹਾਨੂੰ ਪੁੱਛੀ ਜਾਊਗੀ। ਫਾਊਂਡਰ ਇਹਦੇ ਲੱਭਣ ਵਾਲੇ ਕੌਣ ਨੇ? JP ਜੋਸ਼ੀ। ਠੀਕ ਹੈ ਜੀ, JP ਜੋਸ਼ੀ ਨੇ ਇਹਦੀ ਖੁਦਾਈ ਕਰਵਾਈ ਹੈ। JP ਜੋਸ਼ੀ ਨੇ ਆਪਣੇ ਧੋਲਾਵੀਰਾ ਦੀ। ਠੀਕ ਹੈ ਜੀ, 1960 ਦੇ ਵਿੱਚ। ਰਿਵਰ ਇੱਥੇ ਜਿਹੜੀ ਵਹਿੰਦੀ ਹੈ, ਇੱਥੇ ਕਈ ਰਿਵਰ ਮਤਲਬ ਵਹਿੰਦੀਆਂ ਨੇ। ਲੂਨੀ ਹੋ ਗਈ, ਘੱਗਰ ਹੋ ਗਈ। ਠੀਕ ਹੈ, ਜਿਵੇਂ ਤੁਸੀਂ ਇਹ ਦੋ ਲਿਖ ਸਕਦੇ ਹੋ। ਤਾਂ ਇਹ ਇੱਥੇ ਨਦੀਆਂ ਵਹਿੰਦੀਆਂ ਨੇ। ਇੱਥੋਂ ਮਿਲਿਆ ਕੀ ਹੈ? 2 ਟਾਈਪ ਟਾਊਨ ਪਲੈਨਿੰਗ। ਠੀਕ ਹੈ ਜੀ, ਜਿਹੜਾ ਆਪਾਂ ਸਿਟਾਡਲ ਦੇ ਲੋਅਰ ਟਾਊਨ ਬਾਰੇ ਪਹਿਲਾਂ ਪੜ੍ਹ ਕੇ ਆਏ ਹਾਂ ਉਹ ਇੱਥੋਂ ਹੀ ਮਿਲਿਆ। ਠੀਕ ਹੈ ਜੀ, ਤਾਂ ਇੱਥੋਂ ਉਹ ਚੀਜ਼ ਮਿਲੀ ਹੈ। ਸਿਟਾਡਲ ਦੇ ਲੋਅਰ, ਸਿਟਾਡਲ ਆਪਾਂ ਕਿਹਨੂੰ ਕਹਿੰਦੇ ਹਾਂ? ਜਿੱਥੇ ਜਿਹੜੀ ਫੋਰਟੀਫਿਕੇਸ਼ਨ ਕੀਤੀ ਹੋਈ ਹੈ, ਕਿਲ੍ਹਿਆਬੰਦੀ ਕੀਤੀ ਹੋਈ ਹੈ, ਉੱਚੀ ਜਗ੍ਹਾ। ਠੀਕ ਹੈ ਜੀ, ਜਿੱਥੇ ਬਹਿ ਕੇ ਇਹ ਆਪਣਾ ਸਾਰੀ ਸਲਾਹ ਮਸ਼ਵਰਾ ਕਰਦੇ ਸੀ। ਠੀਕ ਹੈ ਜੀ, ਬਹਿੰਦੇ ਸੀ ਇਕੱਠੇ ਹੋ ਕੇ, ਸਾਰੀ ਪਲੈਨਿੰਗ ਕਰਦੇ ਸੀ। ਉਹਨੂੰ ਸਿਟਾਡਲ ਕਿਹਾ ਜਾਂਦਾ। ਉੱਥੇ ਬੈਠ ਕੇ ਇਹ ਇੱਕ ਵੱਡਾ ਹਾਲ ਬਣਿਆ ਹੋਇਆ ਉੱਚੀ ਜਗ੍ਹਾ ਦੇ ਉੱਤੇ। ਠੀਕ ਹੈ ਜੀ, ਲੋਅਰ ਟਾਊਨ ਦੇ ਵਿੱਚ ਇਹਨਾਂ ਦੇ ਆਮ ਘਰ ਹੁੰਦੇ ਸੀ। ਤਾਂ ਜਿਹੜਾ ਮਤਲਬ ਬਿਗ ਸਟੋਨ ਫॉर ਸਿਟਾਡਲ, ਜਿਹੜਾ ਇਹ ਸਿਟਾਡਲ ਬਣਾਉਂਦੇ ਸੀ ਉਹ ਕਾਹਦਾ ਬਣਾਉਂਦੇ ਸੀ? ਵੱਡੇ ਪੱਥਰਾਂ ਦਾ, ਪੱਕਾ ਬਣਾਉਂਦੇ ਸੀ। ਮਤਲਬ ਬਹੁਤ ਇੱਕ ਹਾਰਡ ਬਣਾਉਂਦੇ ਸੀ ਜਿਹਨੂੰ ਕੋਈ ਤੋੜ ਨਾ ਸਕੇ। ਠੀਕ ਹੈ ਜੀ, ਇਹਨਾਂ ਦੀ ਪਲੈਨਿੰਗ ਬਹੁਤ ਤਕੜੀ ਸੀ।
ਤਾਂ ਸਿਟਾਡਲ ਨੂੰ ਇਹ ਵੱਡੇ ਪੱਥਰਾਂ ਦੇ ਨਾਲ ਇਹ ਮਤਲਬ ਉਹਦੀ ਉਸਾਰੀ ਕਰਦੇ ਸੀ ਤਾਂ ਕਿ ਉਹਨੂੰ ਕੋਈ ਹਮਲਾਵਰ ਤੋੜ ਨਾ ਸਕੇ। ਤੇ ਜਿਹੜੇ ਇਹ ਘਰ ਬਣਾਉਂਦੇ ਸੀ ਉਹ ਪੱਕੀਆਂ ਇੱਟਾਂ ਦੇ ਬਣਾਉਂਦੇ ਸੀ। ਇੱਕ ਇੱਥੋਂ ਹੋਰ ਕੀ ਮਿਲਿਆ, ਬਲੌਕ ਆਰਟ। ਠੀਕ ਹੈ ਜੀ, ਬਲੌਕ ਆਰਟ ਇੱਥੋਂ ਬਲਦ ਰੇਹੜੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤਾਂ ਬਲੌਕ ਆਰਟ ਇੱਥੋਂ ਮਿਲੀ ਹੈ। ਤੇ ਇੱਥੋਂ ਪਤਾ ਲੱਗਦਾ ਕਿ ਇਹ ਲੋਕ ਖੇਤੀ ਕਰਦੇ ਸੀ। ਠੀਕ ਹੈ ਜੀ, ਇਹ ਚੀਜ਼ਾਂ ਇੱਥੋਂ ਹੀ ਮਤਲਬ ਆਪਾਂ ਕਹਿ ਸਕਦੇ ਹਾਂ, ਸਿੱਧ ਕਰ ਸਕਦੇ ਹਾਂ। ਅਗਲਾ ਜਿਹੜਾ ਆਪਣਾ ਸ਼ਹਿਰ ਹੈ ਆਲਮਗੀਰਪੁਰ, ਜਿਹੜਾ ਕਿ ਯੂਪੀ ਮੇਰਠ ਦੇ ਵਿੱਚ ਹੈ, ਜਿੱਥੇ ਮਤਲਬ ਜਿਹੜਾ ਕਿ ਐਂਡ ਪੁਆਇੰਟ ਹੈ ਈਸਟ ਦੇ ਵਿੱਚ। ਜਿਵੇਂ ਆਪਾਂ ਪੜ੍ਹ ਕੇ ਆਏ ਮੈਪ ਦੇ ਰਾਹੀਂ, ਤਾਂ ਯੂਪੀ ਮੇਰਠ ਦੇ ਵਿੱਚ ਇਹ ਇਲਾਕਾ ਪੈਂਦਾ। ਠੀਕ ਹੈ ਜੀ, ਫਾਊਂਡਰ ਇਹਨੂੰ ਲੱਭਣ ਵਾਲਾ ਕੌਣ ਹੈ, ਯਗਦੱਤ ਸ਼ਰਮਾ, ਵਾਈ ਡੀ ਸ਼ਰਮਾ ਨੇ ਇਹਨੂੰ ਲੱਭਿਆ। ਰਿਵਰ ਇੱਥੇ ਵਹਿੰਦੀ ਹੈ ਹਿੰਡਨ ਨਦੀ ਵਹਿੰਦੀ ਹੈ ਇੱਥੇ। ਠੀਕ ਹੈ ਜੀ, ਤੁਹਾਨੂੰ ਪੁੱਛਿਆ ਜਾਊਗਾ ਇੱਥੋਂ ਕੀ ਮਿਲਿਆ ਫਾਈਂਡਿੰਗ, ਇੱਥੋਂ ਇੱਕ ਬੁਣਿਆ ਹੋਇਆ ਕੱਪੜਾ ਮਿਲਿਆ। ਤਾਂ ਇੱਥੋਂ ਪਤਾ ਲੱਗਦਾ ਕਿ ਇਹ ਲੋਕ ਕੱਪੜੇ ਦਾ ਕੰਮ ਵੀ ਕਰਦੇ ਸੀ। ਠੀਕ ਹੈ ਜੀ, ਤਾਂ ਬੁਣਿਆ ਹੋਇਆ ਕੱਪੜਾ ਇੱਥੋਂ ਮਿਲਿਆ। ਤਾਂ ਇੱਥੋਂ ਹੀ ਇਹ ਚੀਜ਼ਾਂ ਸਿੱਧ ਹੁੰਦੀਆਂ ਨੇ ਕਿ ਇਹ ਲੋਕ ਕੱਪੜੇ ਦਾ ਕੰਮ ਵੀ ਕਰਦੇ ਸੀ। ਠੀਕ ਹੈ ਜੀ, ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਚੀਜ਼ ਹੈ। ਅੱਜ ਦੇ ਜਿਹੜਾ ਸੈਸ਼ਨ ਦਾ ਆਪਣਾ ਜਿਹੜਾ ਲਾਸਟ ਆਪਣਾ ਪੁਆਇੰਟ ਹੈ, ਲਾਸਟ ਜਿਹੜਾ ਆਪਣਾ ਸ਼ਹਿਰ ਹੈ ਉਹ ਹੈ ਰਾਖੀਗੜ੍ਹੀ। ਇੱਥੋਂ ਤੁਹਾਨੂੰ ਕੁਐਸਚਨ ਆ ਸਕਦਾ ਹੈ। ਇਹਦੀ ਜਿਹੜੀ ਖੁਦਾਈ ਚੱਲੀ ਹੈ 1997 ਤੋਂ ਲੈ ਕੇ 2000 ਤੱਕ ਚੱਲੀ ਹੈ, ਅਤੇ ਕਹਿ ਰਹੇ ਹੈ ਕਿ ਅੱਜ ਵੀ ਇਹਦੀ ਕਿਤੇ ਨਾ ਕਿਤੇ ਖੁਦਾਈ ਚੱਲ ਰਹੀ ਹੈ। ਇਹ ਸਭ ਤੋਂ ਵੱਡੀ ਸਾਈਟ ਹੈ, ਸਭ ਤੋਂ ਮਤਲਬ ਬਿੱਗ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸਭ ਤੋਂ ਵੱਡੀ ਸਾਈਟ ਹੈ ਇਹ। ਜੇ ਤੁਹਾਨੂੰ ਵੱਡਾ ਸ਼ਹਿਰ ਪੁੱਛਿਆ ਜਾਊ ਤਾਂ ਮੋਹਨਜੋਦੜੋ, ਜੇ ਤੁਹਾਨੂੰ ਵੱਡੀ ਸਾਈਟ ਪੁੱਛੀ ਜਾਊ ਤਾਂ ਰਾਖੀਗੜ੍ਹੀ। ਹਿਸਾਰ ਹਰਿਆਣਾ ਦੇ ਵਿੱਚ ਇਹ ਜਿਹੜੀ ਸਾਈਟ ਹੈ ਉਹ ਪੈਂਦੀ ਹੈ, ਹਿਸਾਰ ਹਰਿਆਣਾ ਦੇ ਵਿੱਚ, ਤੁਸੀਂ ਜਾ ਕੇ ਦੇਖ ਵੀ ਸਕਦੇ ਹੋ। ਇਹਨੂੰ ਲੱਭਣ ਵਾਲਾ ਕੌਣ ਹੈ, ਅਮਰਿੰਦਰ ਨਾਥ। ਠੀਕ ਹੈ ਜੀ, ਅਮਰਿੰਦਰ ਨਾਥ ਨੇ ਇਹਦੀ ਖੁਦਾਈ ਕਰਵਾਈ ਹੈ ਸਭ ਤੋਂ ਪਹਿਲੀ ਵਾਰ। ਠੀਕ ਹੈ ਜੀ, ਰਿਵਰ ਜਿਹੜੀ ਇੱਥੇ ਵਹਿੰਦੀ ਹੈ ਉਹ ਵਹਿੰਦੀ ਹੈ ਘੱਗਰ ਨਦੀ। ਇਹ ਵੀ ਤੁਹਾਨੂੰ ਪੁੱਛਿਆ ਜਾਊਗਾ। ਇੱਥੋਂ ਮਿਲਿਆ ਕੀ ਹੈ ਵਿਸ਼ੇਸ਼, ਇੱਥੋਂ ਬਰਤਨ ਮਿਲੇ ਨੇ, ਪੋਟਰੀ ਮਿਲੀ ਹੈ। ਪੋਟਰੀ ਵੀ ਮਤਲਬ ਇੱਕ ਬਹੁਤ ਵਧੀਆ ਤਰੀਕੇ ਦੀ ਪੋਟਰੀ ਹੈ, ਪੂਰੀ ਪੋਲਿਸ਼ਡ ਜਿਹਨੂੰ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਜਿਹਦੇ ਉੱਤੇ ਬਹੁਤ ਵਧੀਆ ਮਤਲਬ ਮੀਨਾਕਾਰੀ ਕੀਤੀ ਹੋਈ ਹੈ। ਠੀਕ ਹੈ ਜੀ, ਅਲੱਗ-ਅਲੱਗ ਚਿੱਤਰਕਾਰੀ ਮਤਲਬ ਉਹ 'ਤੇ ਕੀਤੀ ਹੋਈ ਹੈ। ਤਾਂ ਬਰਤਨ ਇਹੋ ਜਿਹੇ ਮਿਲੇ ਨੇ। ਬਰਤਨਾਂ ਦੇ ਵਿੱਚ ਵੀ ਡਿਫਰੈਂਸ ਹੈ, ਇੱਕ ਮਤਲਬ ਮਿੱਟੀ ਦੇ ਬਰਤਨ, ਇੱਕ ਬਹੁਤ ਪੋਲਿਸ਼ਡ ਤਰੀਕੇ ਨਾਲ ਪੋਲਿਸ਼ਡ ਪੋਟਰੀ ਮਿਲੀ ਹੈ। ਅਮੀਰ ਗਰੀਬ ਦਾ ਕੰਸੈਪਟ ਉਹੀ ਆ ਗਿਆ। ਤਾਂ ਉੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਜਿਹੜੇ ਅਮੀਰ ਬੰਦੇ ਆ ਉਹ ਪੂਰਾ ਪੋਲਿਸ਼ਡ ਜਿਹੜਾ ਬਰਤਨ ਆ ਉਹ ਯੂਜ਼ ਕਰਦੇ ਸੀ, ਗਰੀਬ ਬੰਦੇ ਮਿੱਟੀ ਦੇ ਬਰਤਨ ਯੂਜ਼ ਕਰਦੇ ਸੀ। ਤਾਂ ਮਿੱਟੀ ਦੇ ਪਹੀਏ ਇੱਥੋਂ ਮਿਲੇ ਨੇ। ਠੀਕ ਹੈ ਜੀ, ਪਹੀਏ ਮਤਲਬ ਆਪਾਂ ਕਹਿ ਸਕਦੇ ਹਾਂ। ਤਾਂ ਇਹ ਚੀਜ਼ਾਂ ਇੱਥੋਂ ਮਿਲੀਆਂ ਨੇ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਇੱਕ ਫੈਕਟ ਆਪਾਂ ਤੁਹਾਡਾ ਕਲੀਅਰ ਇਹਦੇ ਵਿੱਚ ਕਰਵਾ ਦਿੱਤਾ। ਅਤੇ ਇਹ ਜਿਹੜੀ ਮਤਲਬ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਇਹ ਡਿਕਲਾਈਨ ਕਿਉਂ ਹੋਈ ਇਹਦੀ। ਠੀਕ ਹੈ ਜੀ, ਡਿਕਲਾਈਨ ਦੇ ਮਤਲਬ ਜੇ ਆਪਾਂ ਇਹਦਾ ਦੇਖੀਏ ਕਿ ਕਿਉਂ ਇਹ ਜਿਹੜੀ ਸਿਵਲਾਈਜੇਸ਼ਨ ਹੈ ਇੱਕੋ ਦਮ ਇਹ ਮਤਲਬ ਕਹਿੰਦੇ ਆ ਕਿ ਇੱਕੋ ਦਮ ਇਹ ਸਿਵਲਾਈਜੇਸ਼ਨ ਖਤਮ ਹੋ ਗਈ। ਠੀਕ ਹੈ ਜੀ, ਕਿਉਂ ਖਤਮ ਹੋ ਗਈ ਉਹਦੇ ਬਾਰੇ ਇਤਿਹਾਸਕਾਰਾਂ ਦੇ ਮਤਭੇਦ ਨੇ। ਕੋਈ ਕਹਿੰਦਾ ਇੱਥੇ ਮਤਲਬ ਤੂਫਾਨ ਆ ਗਿਆ, ਭੂਚਾਲ ਆ ਗਿਆ, ਜਾਂ ਕੋਈ ਸੁਨਾਮੀ ਆ ਗਈ। ਠੀਕ ਹੈ ਜੀ, ਤਾਂ ਮਤਲਬ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਇਤਿਹਾਸਕਾਰਾਂ ਦੇ ਵੱਲੋਂ। ਤਾਂ ਮਤਲਬ ਕੋਈ ਫਾਈਨਲ ਉਹ ਡਿਸੀਜਨ 'ਤੇ ਨਹੀਂ ਪਹੁੰਚੇ ਕਿ ਕਿਉਂ ਇਹ ਸੱਭਿਅਤਾ ਖਤਮ ਹੋ ਗਈ। ਤਾਂ ਇੱਕੋ ਦਮ ਇਹ ਸੱਭਿਅਤਾ ਖਤਮ ਹੋਈ ਸੀ, ਤਾਂ ਇਹ ਚੀਜ਼ ਮਿਲੀ ਹੈ। ਤਾਂ ਹੁਣ ਖੁਦਾਈ ਦੇ ਨਾਲ ਇਹ ਪਤਾ ਲੱਗਦਾ ਕਿ ਇਹ ਜਿਹੜੀ ਸਿਵਲਾਈਜੇਸ਼ਨ ਬਹੁਤ ਅਰਬਨ ਸੀ, ਬਹੁਤ ਡਿਵੈਲਪਡ ਸੀ। ਆਪਾਂ ਦੇਖ ਕੇ ਆਏ ਹਾਂ ਕਿ ਕੀ ਕੁਛ ਇੱਥੋਂ ਮਿਲਿਆ। ਠੀਕ ਹੈ ਜੀ, ਤਾਂ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਸਾਰੀਆਂ। ਇਹ ਇੱਕ ਇੱਕ ਪੁਆਇੰਟ ਤੁਸੀਂ ਨੋਟ ਕਰ ਲਓ ਇੰਡਸ ਵੈਲੀ ਸਿਵਲਾਈਜੇਸ਼ਨ ਦਾ। ਇਸ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਦੇਖਣ ਨੂੰ ਨਹੀਂ ਮਿਲੂਗਾ। ਆਪਣੇ ਸੈਸ਼ਨ ਦੇ ਵਿੱਚੋਂ ਤੁਹਾਨੂੰ ਸਾਰੇ ਜਿਹੜੇ ਉਹ ਕੁਐਸਚਨ ਮਿਲਣਗੇ। ਇਸ ਤੋਂ ਬਾਅਦ ਆਪਾਂ ਰਿਗਵੈਦਿਕ ਪੀਰੀਅਡ ਪੜ੍ਹਾਂਗੇ, ਜੈਨ ਧਰਮ, ਬੁੱਧ ਧਰਮ, ਆਪਾਂ ਸਟੈਪ ਬਾਏ ਸਟੈਪ ਅੱਗੇ ਵਧਦੇ ਜਾਵਾਂਗੇ। ਉਸ ਤੋਂ ਬਾਅਦ ਆਪਾਂ ਤੁਹਾਡੀ ਪੋਲਿਟੀ, ਜੋਗਰਾਫੀ, ਤਾਂ SST ਦੀ ਆਪਾਂ ਤੁਹਾਡੀ ਫੁੱਲ ਬਟਾ ਫੁੱਲ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਤਿਆਰੀ ਆਪਾਂ ਕਰਵਾਵਾਂਗੇ। ਇੱਕ ਇੱਕ ਫੈਕਟ ਤੁਹਾਡੇ ਲਈ ਜਿੰਨਾ ਡੀਪਲੀ ਹੋ ਸਕੇ ਉਨਾ ਡੀਪਲੀ ਆਪਾਂ ਲੈ ਕੇ ਆਵਾਂਗੇ। ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਸੋਮਵਾਰ ਅਤੇ ਬੁੱਧਵਾਰ ਨੂੰ ਜਿਹੜੀ ਇਹ ਆਪਣੀ ਕਲਾਸ ਹੈ ਉਹ ਦੁਪਹਿਰੇ 2 ਵਜੇ ਅਵੇਲੇਬਲ ਹੋਇਆ ਕਰੋ ਆਪਣੇ ਚੈਨਲ 'ਤੇ। ਤਾਂ ਇੱਕ ਵੀ ਕਲਾਸ ਆਪਣੀ ਮਿਸ ਨਾ ਕਰਿਓ, ਕਿਉਂਕਿ ਜੇਕਰ ਤੁਸੀਂ ਵਧੀਆ ਸਕੋਰ ਕਰਨਾ ਚਾਹੁੰਦੇ ਹੋ ਤਾਂ ਆਪਣੀਆਂ ਕਲਾਸਾਂ ਤੁਸੀਂ ਜ਼ਰੂਰ ਅਟੈਂਡ ਕਰਿਓ। ਤੁਹਾਨੂੰ ਬਹੁਤ ਫਾਇਦਾ ਦੇਣਗੀਆਂ। ਤੁਹਾਡੇ ਆਉਣ ਵਾਲੇ ਮਾਸਟਰ ਕੇਡਰ SST ਦੇ ਵਿੱਚ ਵਧੀਆ ਤੁਸੀਂ ਸਕੋਰ ਕਰੋਗੇ। ਠੀਕ ਹੈ ਜੀ, ਤਾਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ, ਅਤੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦਿਓ। ਠੀਕ ਹੈ ਜੀ, ਤੁਹਾਨੂੰ ਵੀਡੀਓ ਕਿਵੇਂ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ, ਤਾਂ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਤਾਂ SST ਦੀ ਤੁਹਾਡੀ ਜਿਹੜੀ ਤਿਆਰੀ ਹੈ ਉਹ ਆਪਾਂ ਪੂਰੀ ਮਿਹਨਤ ਦੇ ਨਾਲ ਤੁਹਾਡੇ ਅੱਗੇ ਸਾਰੀਆਂ ਕਲਾਸਿਸ ਆਪਾਂ ਲੈ ਕੇ ਆਵਾਂਗੇ। ਤਾਂ ਤਿਆਰੀ ਆਪਣੀ ਵਧੀਆ ਤਰੀਕੇ ਨਾਲ ਕਰਦੇ ਰਹੋ। ਨੋਟਸ ਆਪਣੇ ਨਾਲ ਨਾਲ ਬਣਾਉਂਦੇ ਰਹੋ, ਕਿਉਂਕਿ ਨੋਟਸ ਤੁਹਾਨੂੰ ਬਹੁਤ ਕੰਮ ਦੇਣਗੇ। ਅਤੇ ਨੋਟਸ ਤੁਸੀਂ ਖੁਦ ਬਣਾਓ, ਕਿਸੇ 'ਤੇ ਡਿਪੈਂਡ ਨਾ ਹੋ, ਅਤੇ ਆਪਣੇ ਜਿਹੜੇ ਨੋਟਸ ਆ ਉਹ ਖੁਦ ਬਣਾਓ। ਨੋਟਸ ਬਣਾਉਂਦੇ ਬਣਾਉਂਦੇ ਵੀ ਤੁਹਾਡੀ ਅੱਧੀ ਤਿਆਰੀ ਤਾਂ ਤੁਹਾਡੀ ਨੋਟਸ ਬਣਾਉਂਦੇ ਬਣਾਉਂਦੇ ਹੀ ਹੋ ਜਾਣੀ ਹੈ। ਠੀਕ ਹੈ ਜੀ, ਤਾਂ ਇਹ ਜਿਹੜੀ ਆਪਣੀ ਸੀਰੀਜ਼ ਹੈ ਇਹ ਆਪਾਂ ਬੈਕ ਟੂ ਬੈਕ ਤੁਹਾਡੇ ਅੱਗੇ ਵੀਡੀਓ ਪੇਸ਼ ਕਰਦੇ ਰਹਾਂਗੇ, ਅਤੇ ਜਿਹਦੇ ਨਾਲ ਤੁਹਾਡੀ ਤਿਆਰੀ ਹੈ ਜਿਹੜੀ ਉਹ ਵਧੀਆ ਹੋ ਸਕੇ। ਅਤੇ
ਹੋਰ ਵੀ ਜਿੰਨੀਆਂ ਆਪਣੀਆਂ ਵੀਡੀਓਜ਼ ਨੇ ਤੁਸੀਂ ਜਾ ਕੇ ਅਟੈਂਡ ਕਰਿਓ ਤੇ ਤੁਹਾਨੂੰ ਬਹੁਤ ਫਾਇਦਾ ਦੇਣਗੀਆਂ ਆਉਣ ਵਾਲੇ ਪੇਪਰਾਂ ਦੇ ਵਿੱਚ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।